चलो भाई सत श्री अकाल जी साਰਿਆਂ ਨੂੰ स्वागत है पंजाब वाला 24/7 ਤੇ ਮੇਰਾ ਨਾਮ ਗਗਨਦੀਪ। ਇੱਕ ਵਾਰੀ ਫੇਰ ਆਪਾਂ ਤੁਹਾਡੇ ਨਾਲ ਹਾਜ਼ਰ ਹੋ ਚੁੱਕੇ ਹਾਂ ਜੀ ਇੱਕ ਨਵੇਂ ਕਲਾਸ ਦੇ ਵਿੱਚ ਜਿਸ ਵਿੱਚ ਆਪਾਂ ਪੋਲਿਟੀ ਪੜ੍ਹਨ ਜਾ ਰਹੇ ਹਾਂ। ਠੀਕ ਹੈ ਜੀ। ਤੇ ਉਸ ਤੋਂ ਵੀ ਪਹਿਲਾਂ ਜਿਹੜੀ ਸਭ ਤੋਂ ਜ਼ਰੂਰੀ ਗੱਲ ਆਉਂਦੀ ਹੈ ਅੱਜ ਦਾ ਦਿਨ ਜੇ ਆਪਾਂ ਗੱਲ ਕਰੀਏ ਪ੍ਰਕਾਸ਼ ਗੁਰਪੁਰਬ ਦੀ ਆਪਾਂ ਗੱਲ ਕਰੀਏ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੱਜ ਜਨਮ ਦਿਹਾੜੇ ਸਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਵੇ ਜੀ। ਠੀਕ ਹੈ ਜੀ। ਤੇ ਰੱਬ ਕਰੇ ਜੋ ਵੀ ਪੇਪਰ ਦੀ ਤੁਸੀਂ ਤਿਆਰੀ ਕਰ ਰਹੇ ਹੋ ਉਹ ਰੱਬ ਛੇਤੀ ਤੋਂ ਛੇਤੀ ਤੁਹਾਡੀ ਸੁਣੇ ਤੇ ਬਿਲਕੁਲ ਆਉਂਦੇ ਸਾਲ ਜਿਹੜਾ ਗੁਰਪੁਰਬ ਹੈ ਉਹ ਤੁਸੀਂ ਸਰਕਾਰੀ ਮਹਿਕਮੇ ਵਜੋਂ ਮਨਾਓ ਤੇ ਉੱਥੇ ਜਾ ਕੇ ਕਹੋ ਹੁਣ ਤਾਂ ਲੱਗ ਗਿਆ ਛੁੱਟੀ ਨਹੀਂ ਮਿਲ ਰਹੀ ਹੈ ਪਰ ਛੁੱਟੀ ਤਾਂ ਮਿਲਣੀ ਹੈ ਯਾਰ ਤੁਹਾਨੂੰ ਸਾਰਿਆਂ ਨੂੰ ਜੀ। ਵੈਰੀ ਗੁੱਡ ਆਫਟਰਨੂਨ ਟੂ ਆਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਜਨਮ ਦਿਹਾੜੇ ਦੀ ਬਾਬਾ ਜੀ ਦੇ ਜਨਮ ਦਿਹਾੜੇ ਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ। ਅੱਜ ਜਾਓ ਗੁਰਦੁਆਰੇ ਮੱਥਾ ਟੇਕੋ, ਮੱਥਾ ਟੇਕਣ ਤੋਂ ਬਾਅਦ ਸੱਚੇ ਦਿਲੋਂ ਅਰਦਾਸ ਕਰੋ ਤੇ ਕਹਿੰਦੇ ਨੇ ਕਿ ਸੱਚੇ ਦਿਲੋਂ ਅਰਦਾਸ ਕੀਤੀਆਂ ਕਦੇ ਬਾਬਾ ਵਾਪਸ ਨਹੀਂ ਮੋੜਦਾ ਜੀ। ਨਿਸਵਾਰਥ ਹੋ ਕੇ ਬਾਬਾ ਜੀ ਤੋਂ ਮੰਗੋ ਜੋ ਮੰਗਣੀ ਹੈ ਕਿਉਂਕਿ ਉਹ ਇੱਕ ਇਹੋ ਜਿਹਾ ਹੈ ਠੀਕ ਹੈ ਜੀ। ਚਲੋ ਜੀ ਸਤਿ ਸ਼੍ਰੀ ਅਕਾਲ ਜੀ ਭੁਪਿੰਦਰ ਕੌਰ ਜੀ। ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ। ਅਸੀਂ ਕਦੇ ਕਦੇ ਤਿਆਰ ਹੋ ਕੇ ਆਈਦਾ ਜੀ। ਯੈਸ ਪ੍ਰੀਤ ਸੰਧੂ ਸਾਹਿਬ ਉਹ ਵੀ ਗੱਲ ਹੋ ਗਈ ਹੈ ਜੀ। ਆਪਾਂ ਕਦੇ ਕਦੇ ਤਿਆਰ ਹੋ ਕੇ ਆਈਦਾ। ਠੀਕ ਹੈ। ਨਿੱਤ ਦਾ ਤਿਆਰ ਹੋਣਾ ਆਪਣਾ ਸ਼ੌਂਕ ਨਹੀਂ ਤੇ ਕਦੇ ਕਦੇ ਤਿਆਰ ਹੋਣਾ ਇਹ ਸਾਨੂੰ ਪਸੰਦ ਵੀ ਹੈਗਾ ਜੀ, ਹੈ ਨਾ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇੱਕ ਵਾਰੀ ਸੈਸ਼ਨ ਨੂੰ ਸਾਰੇ ਸ਼ੇਅਰ ਕਰ ਲਓ। ਤੇ ਅੱਜ ਪੂਰੇ ਅੱਡਾ ਪਰਿਵਾਰ ਨੇ ਇੱਕ ਜਿਹੜੀ ਅਰਦਾਸ ਬੇਨਤੀ ਰੱਖੀ ਸੀ ਕਿ ਸਾਰੇ ਜਿੰਨੇ ਵੀ ਸਰੋਤੇ ਸਾਨੂੰ ਸੁਣਦੇ ਹੈ ਜਿੰਨੇ ਵੀ ਬੱਚੇ ਇਸ ਟਾਈਮ ਪ੍ਰਿਪਰੇਸ਼ਨ ਕਰਦੇ ਹੈ ਚਾਹੇ ਉਹ ਸਾਨੂੰ ਸੁਣਦੇ ਹੈ ਇਸ ਟਾਈਮ ਜਾਂ ਨਹੀਂ, ਠੀਕ ਹੈ, ਉਹ ਸਾਰੇ ਪੰਜਾਬ ਦੇ ਪੂਰੇ ਸਮੂਹ ਇੰਡੀਆ ਦੇ ਜਿੰਨੇ ਵੀ ਬੱਚੇ ਠੀਕ ਹੈ ਸਰਬੱਤ ਦਾ ਭਲਾ ਆਪਾਂ ਮੰਗਦੇ ਹੀ ਹਾਂ ਤੇ ਉਹਦੀ ਗੱਲ ਆਪਾਂ ਅੱਜ ਕਾਮਨਾ ਕੀਤੀ ਸੀ। ਇੱਕ ਅਰਦਾਸ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਗਈ ਸੀ। ਇੱਕ ਇਵੈਂਟ ਸਾਂਝਾ ਕੀਤਾ ਗਿਆ ਸੀਗਾ 10:30 ਵਜੇ। ਠੀਕ ਹੈ ਜੀ। ਆਕਾਂਕਸ਼ਾ ਬੱਚੇ ਹੈਪੀ ਗੁਰਪੁਰਬ ਟੂ ਆਲ। ਕੁਲਵਿੰਦਰ ਸਿੰਘ ਹੁਣ ਭਰਾ ਇਸ ਵਿੱਚ ਵੀ ਕੁਝ ਨਹੀਂ ਕਰ ਸਕਦੇ ਹਾਂ, ਹੈ ਨਾ। ਇਹ ਤਾਂ ਹੁਣ ਮਾਲਕ ਅੱਗੇ ਅਰਦਾਸਾਂ ਨੇ ਕਿ ਇਹੋ ਜਿਹੇ ਬਈ ਮੈਂ ਇੱਕ ਚੀਜ਼ ਕਹਿਣਾ ਉਹਨਾਂ ਸਾਰਿਆਂ ਨੂੰ ਮਿਹਨਤ ਦੇ ਨਾਲ ਕਰੋਗੇ ਨਾ, ਮਿਹਨਤ ਦੇ ਨਾਲ ਕਰੋਗੇ ਰੱਬ ਕੱਲੀ ਕੱਲੀ ਚੀਜ਼ ਤੁਹਾਡੀ ਸੁਣਦਾ ਹੈ। ਮਿਹਨਤ ਕਰੋ ਬਾਬਾ ਆਪ ਅੱਗੇ ਹੋ ਕੇ ਤੁਹਾਡਾ ਸਾਥ ਦਊਗਾ। ਜੇ ਕਹੋਗੇ ਖਾਲੀ ਘਰੇ ਬੈਠ ਕੇ ਕਿ ਹਾਂ ਹੁਣ ਡਿਵਾਈਸਾਂ ਨਾਲ ਪੇਪਰ ਪਾਸ ਕਰਨੇ ਆ ਫਿਰ ਤਾਂ ਕੰਮ ਔਖਾ ਹੈ ਜੀ, ਹੈ ਨਾ ਜੀ। ਚਲੋ ਜੀ ਇਹ ਪਤਾ ਨਹੀਂ ਕਿੰਨੀ ਕੁ ਗੱਲ ਸਹੀ ਹੈ ਕੁਲਵਿੰਦਰ ਕਿੰਨੀ ਕੁ ਨਹੀਂ। ਠੀਕ ਹੈ ਜੀ। ਰੰਧਾਵਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ। ਐਵਨਜੋਤ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਠੀਕ ਹੈ ਸਟਾਰਟ ਕਰੀਏ ਜੀ ਅੱਜ ਦਾ ਸੈਸ਼ਨ। ਠੀਕ ਹੈ ਚਲੋ ਜੀ। ਮਾਟਰੋਨੀ ਫੂਕ ਛਕ ਲਈ ਹੈ ਕਿ ਮਾਟਰੋਨੀ ਅੱਜ ਸੋਹਣੇ ਲੱਗ ਰਹੇ ਨੇ, ਹੈ ਨਾ, ਉਹ ਵੀ ਆਪਾਂ ਫੂਕ ਛਕ ਲਈ ਹੈ। ਪਰ ਹੁਣ ਥੋੜ੍ਹਾ ਪੜ੍ਹਨ ਦੇ ਵੱਲ ਵੀ ਆਪਾਂ ਵਿਚਾਰ ਕਰ ਦਿੰਦੇ ਹਾਂ ਜੀ। ਜੇ ਆਪਾਂ ਗੱਲ ਕਰੀਏ ਜੀ ਆਪਾਂ ਗੱਲ ਕਰਦੇ ਹਾਂ ਕਿਸੇ ਵੀ ਬੱਚੇ ਦਾ ਡਾਊਟ ਹੋਵੇ, ਕਿਸੇ ਵੀ ਬੱਚੇ ਦਾ ਡਾਊਟ ਹੋਵੇ ਰਾਜਸਥਾਨੀ ਵਾਲਿਆਂ ਦਾ ਕਾਰਡ ਹੀ ਬਹੁਤ ਤਗੜੀ ਕੀਤੀ ਪਈ ਹੈ ਜੀ। ਰਾਜਸਥਾਨ ਦੇ ਕਾਰਡ ਹੀ ਬਹੁਤ ਤਗੜੀ ਕੀਤੀ ਪਈ ਹੈ। ਰੀਟ ਦੇ ਪੇਪਰ ਦੇ ਵਿੱਚ ਜੁੱਤੀ ਦੇ ਵਿੱਚ ਬਲੂਟੂਥ ਪਾ ਕੇ ਕਰੀ ਜਾਂਦਾ ਜੀ। ਬਾਲੇ ਕੰਮ ਹੋਏ ਨੇ, ਹੈ ਨਾ। ਹੁਣ ਕੀ ਕਰ ਸਕਦੇ ਹਾਂ ਉਸ ਵਿੱਚ। ਚਲੋ ਜੀ ਠੀਕ। ਚਲੋ ਜੀ ਅਗਲੀ ਗੱਲ ਕਰਦੇ ਹਾਂ ਜੀ ਆਪਾਂ। ਅਗਲੀ ਗੱਲ ਕੀ ਹੈ ਜੀ ਕਿਸੇ ਵੀ ਬੱਚੇ ਦਾ ਜੇ ਡਾਊਟ ਰਹਿੰਦਾ ਹੈ ਪਹਿਲੀ ਗੱਲ ਤਾਂ ਤੁਸੀਂ ਇੱਥੇ ਹੀ ਪੁੱਛਣਾ ਹੈ। ਇਹਦਾ ਇੱਕ ਡਿਸਕਸ਼ਨ ਗਰੁੱਪ ਹੈ ਜੀ। ਕੀ ਹੈ ਜੀ ਆਪਣਾ ਡਿਸਕਸ਼ਨ ਗਰੁੱਪ ਆਪਣਾ ਹੈਗਾ ਹੈ, ਉੱਥੇ ਤੁਸੀਂ ਪੁੱਛ ਸਕਦੇ ਹੋ ਸਾਰਿਆਂ ਨਾਲ। ਠੀਕ ਹੈ ਜੀ। ਚਲੋ ਜੀ ਰੰਧਾਵਾ ਸਾਹਿਬ ਤੁਹਾਨੂੰ ਵੀ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ। ਰੱਬ ਚੜ੍ਹਦੀ ਕਲਾ ਬਖਸ਼ੇ। ਚਲੋ ਜੀ ਠੀਕ ਹੈ। ਹੁਣ ਕੋਈ ਇਹ ਨਹੀਂ ਕਹਿ ਦੇਗਾ ਕਿ ਹਾਂ ਅੱਜ ਦੇਖ ਲਓ ਜੀ ਫੋਟੋ ਦੇਖ ਲਓ ਸਾਰੇ ਮਾਟਰ ਦੀ, ਹੈ ਨਾ। ਚਲੋ 1 ਵਜੇ ਪੋਲਿਟੀ, 3 ਵਜੇ ਜੋਗ੍ਰਾਫੀ ਤੇ 8 ਵਜੇ ਅੱਜ ਆਪਾਂ ਹਿਸਟਰੀ ਦੇ ਕੁਝ ਕੁਐਸਚਨਸ ਕਰਾਂਗੇ। ਠੀਕ ਹੈ ਜੀ। ਕੱਲ ਸਾਇੰਸ ਕੀਤੀ ਸੀ, ਅੱਜ ਹਿਸਟਰੀ ਆਲਟਰਨੇਟ ਡੇਟ ਤੇ ਆਪਾਂ ਕਰਦੇ ਰਵਾਂਗੇ। ਠੀਕ ਹੈ। ਹੁਣ ਕਿਹੜਾ ਪੇਪਰ ਕੈਂਸਲ ਹੋਇਆ ਕਿ ਨਹੀਂ ਹੋਇਆ ਉਹਦੇ ਤੇ ਧਿਆਨ ਨਾ ਦਿਓ। ਅੱਗੇ ਕੀ ਆ ਰਿਹਾ ਹੈ ਉਹਦੇ ਬਾਰੇ ਇੱਕ ਵਾਰੀ ਮਾੜਾ ਜਿਹਾ ਧਿਆਨ ਦੇ ਦਿਓ ਜੀ ਇੱਕ ਵਾਰੀ, ਹੈ ਨਾ। ਚਲੋ ਜੀ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਅੱਜ ਦਾ ਪਹਿਲਾ ਕੁਐਸਚਨ ਹੈ ਉਹ ਇਹ ਹੈ ਜੀ ਤੁਹਾਡੇ ਸਾਹਮਣੇ ਪਹਿਲਾ ਕੁਐਸਚਨ ਆ ਚੁੱਕਿਆ ਤੇ ਇਹਦਾ ਆਨਸਰ ਦੇਣਾ ਜੀ। ਠੀਕ ਹੈ ਜੀ। ਕੀ ਆਨਸਰ ਹੋਏਗਾ ਜੀ? ਠੀਕ ਕੀ ਕਹਿੰਦਾ ਹੈ ਸੰਵਿਧਾਨ ਦੇ ਵਿੱਚ ਕੁੱਲ ਕਿੰਨੇ ਆਰਟੀਕਲਸ ਹੈਗੇ ਨੇ ਆਪਣੇ ਕੋਲ ਆ ਦੱਸਣਾ ਜੀ। ਠੀਕ ਹੈ ਜੀ। ਦੱਸੋ ਇਹਦਾ ਆਨਸਰ ਕੀ ਹੋਏਗਾ। ਬੀ ਕਿਹਾ ਹੈ ਟਾਨੀਆ ਖੱਟੜਾ ਸਾਹਿਬ ਨੇ। ਠੀਕ ਹੈ ਜੀ। ਜੇ ਆਪਾਂ ਗੱਲ ਕਰੀਏ ਕਨਸਟੀਟਿਊਸ਼ਨ ਆਫ ਇੰਡੀਆ ਸੰਵਿਧਾਨ ਜਿਸ ਟਾਈਮ ਬਣਿਆ ਸੀਗਾ ਐਟ ਦ ਟਾਈਮ ਆਫ ਫਾਰਮੇਸ਼ਨ ਇਹਦੇ ਵਿੱਚ ਬੱਚੇ ਆਪਾਂ ਗੱਲ ਕਰੀਏ ਜੇ ਆਪਾਂ ਗੱਲ ਕਰੀਏ
1950 ਦੇ ਵੇਲੇ ਕੀ ਕੁਝ ਸੀਗਾ ਤੇ ਪ੍ਰੈਜ਼ੈਂਟ 'ਚ ਕੀ ਕੁਝ ਹੈ, ਆ ਬਿਲਕੁਲ ਯਾਦ ਰੱਖਣਾ ਤੁਸੀਂ। ਠੀਕ ਹੈ ਜੀ। ਜੇ ਆਪਾਂ ਗੱਲ ਕਰੀਏ ਭਾਗ ਦੀ ਗੱਲ ਕਰ ਰਹੇ ਹਾਂ, ਇੱਥੇ ਨਾਲ ਮੈਂ ਪਾਰਟਸ ਦੇ ਨਾਲ ਸ਼ੈਡਿਊਲ ਦੀ ਗੱਲ ਕਰ ਰਹੇ ਹਾਂ ਜੀ, ਤੇ ਨਾਲ ਦੀ ਨਾਲ ਆਪਾਂ ਆਰਟੀਕਲ ਦੀ ਵੀ ਗੱਲ ਕਰ ਦਿੰਦੇ ਹਾਂ। ਭਾਗ ਦੀ ਗੱਲ ਕਰੀਏ ਉਸ ਟਾਈਮ 22 ਭਾਗ ਸੀਗੇ ਤੇ ਅੱਜ ਜਿਹੜੇ ਭਾਗ 25 ਬਣ ਚੁੱਕੇ ਨੇ, ਜਿਵੇਂ ਸਬ ਕਲੌਜ਼ ਲਗਾ ਕਰਕੇ। ਠੀਕ ਹੈ ਜੀ, ਸਬ ਕਲੌਜ਼ ਲਗਾ ਕਰਕੇ ਜਿੱਦਾਂ 4A 4B ਕਰਕੇ ਨਾ, ਇਸ ਤਰੀਕੇ ਨਾਲ ਜੇ ਸਾਰੇ ਇਕੱਠੇ ਕਰਕੇ ਦੇਖੀਏ ਤਾਂ 25 ਬਣਦੇ ਨੇ ਜੀ। ਜੇ ਆਪਾਂ ਗੱਲ ਕਰੀਏ ਸ਼ੈਡਿਊਲ ਦੀ, ਉਸ ਟਾਈਮ 8 ਸੀਗੇ, ਇਸ ਟਾਈਮ ਸਾਡੇ ਕੋਲ 12। ਆਰਟੀਕਲ ਇੱਥੇ 395 ਸੀਗੇ ਤੇ ਅੱਜ 465 ਪਲੱਸ ਆਰਟੀਕਲ ਸਾਡੇ ਕੋਲ ਹੈਗੇ ਨੇ। ਪਰ ਕੰਡੀਸ਼ਨ ਨਾਲ ਮੈਂ ਜੋੜ ਦਿੰਦਾ ਜੀ, ਕੰਡੀਸ਼ਨ ਇਹ ਜੋੜ ਰਿਹਾ ਜੀ, ਜਿਹੜਾ ਅੱਜ ਦਾ ਵੀ ਅਖੀਰਲਾ ਆਰਟੀਕਲ, ਲਾਸਟ ਆਰਟੀਕਲ ਜਿਹੜਾ ਹੈਗਾ ਉਹ 395 ਨੰਬਰ ਹੀ ਹੁੰਦਾ ਹੈ। ਕਿਵੇਂ? ਜਿਵੇਂ ਦੇਖ ਲਓ ਜੀ, ਜੇ ਆਪਾਂ ਗੱਲ ਦੇਖੀਏ 243 ਤੋਂ ਲੈ ਕੇ ਉਹ ਤੱਕ ਜੇ ਆਪਾਂ ਗੱਲ ਕਰੀਏ, ਇਹ ਆਪਣਾ ਕੀ ਆਂਦਾ ਜੀ, ਪੰਚਾਇਤੀ ਰਾਜ ਆ ਜਾਂਦਾ ਹੈ। ਕੀ ਆਂਦਾ? ਪੰਚਾਇਤੀ ਰਾਜ ਆ ਜਾਂਦਾ ਹੈ। ਤਾਂ ਇਹਦਾ ਮਤਲਬ ਕੀ ਹੋਗਾ ਕਿ ਜੇ ਆਪਾਂ ਗੱਲ ਕਰੀਏ ABCDEFGH ਲਾ ਕੇ ਸਾਰੇ ਇਹਨਾਂ ਨੂੰ ਐਡ ਕਰਦੇ ਆ ਨਾ ਜਿਸ ਟਾਈਮ 395 ਚ, ਤਾਂ 465 ਬਣਦੇ ਆ। ਇਹ ਫੰਡਾ ਕਲੀਅਰ ਆ ਸਾਰਿਆਂ ਨੂੰ? ਜੇ ਅੱਜ ਵੀ ਪੁੱਛਿਆ ਜਾਏਗਾ 395 ਆਰਟੀਕਲ ਹੀ ਹੈ ਸਾਡੇ ਕੋਲ, ਲੇਕਿਨ ਸਬ ਕਲੌਜ਼ ਐਡ ਕਰਕੇ 465 ਬਣ ਜਾਂਦੇ ਨੇ, ਇਸ ਤੋਂ ਜ਼ਿਆਦਾ ਜੀ। ਕਲੀਅਰ ਹੈ ਜੀ? ਕਲੀਅਰ ਹੋ ਗਿਆ ਸਾਰਿਆਂ ਨੂੰ? ਪ੍ਰੈਜ਼ੈਂਟ ਵਿੱਚ ਇੰਨੇ ਹੋ ਗਏ ਜੀ। ਠੀਕ ਹੈ ਜੀ, ਚਲੋ ਅਗਲਾ ਕੁਐਸਚਨ ਦੇਖਦੇ ਤਾਂ ਕਰੈਕਟ ਆंसर ਭਰਾ ਕਿੰਨਾ ਹੋ ਜਾਏਗਾ, ਆਟੋਮੈਟਿਕਲੀ 395 ਕਲੀਅਰ ਹੋ ਜਾਏਗਾ। ਅਗਲਾ ਕੁਐਸਚਨ ਦੇਖੋ, इंडियन पार्लियामेंट कैन रीनेम और रीडिफाइन द बाउंड्री ऑफ अ स्टेट बाय। भारत दी संसद किसी भी राज दी बाउंड्री नूं की कर सकती है? ऑल्टर कर सकती है, चेंज कर सकती है। ठीक है, किस तरीके नाल? सिंपल मेजॉरिटी, एब्सोल्यूट मेजॉरिटी, 2/3 मेजॉरिटी ऑफ द members voting, 2/3 मेजॉरिटी ऑफ द members voting एंड एन एब्सोल्यूट मेजॉरिटी। आ दसना जी हुण इहदा आंसर की होएगा जी। ठीक है, कल मैनू आही चीज़ समझाते वेले मैनू कल अद्धा घंटा लग गया सीगा। ठीक है जी, चलो जी दसो भी मुंडियो की आंसर होएगा। चलो जी, जस कौर कह रहे हैं डी, नहीं जी याद रखना। रमनदीप सिंह का मेरे भरा का आंसर बिल्कुल ठीक है जी। जे आप गल करिए सिंपल मेजॉरिटी के नाल आ भाणा वरताया जा सकता है, आ चीज़ तुसीं याद रखनी है। तो आप गल करिए ये रीनेम ते रीडिफाइन किहड़े आर्टिकल के तहत किए जा सकते? आर्टिकल 2 ते 3 दे विच आ जिहड़ी है ये गल देखने को मिलती है जी। ठीक है जी, जस कौर बच्चे मेरी आदत है भरा बोलने की। ठीक है, मेरी आदत है। ठीक है जी, चलो क्लीयर हो गई इन्नी गल। तो इस विच याद रखना जी, तो यह होएगा सिंपल मेजॉरिटी के नाल साडा हो जाता 50% प्लस 1 वोट, 50% प्लस 1 वोट के नाल आ काम किया जा सकता। सिर्फ संसद कर सकती है। जिमें कि आसाम का नाम आप चेंज करके आसोम रख दिता है जी। ओडिशा, एक साडे मैडम भी हैगी ओडिशा मैम ने, वो ओडिशा का नाम चढ़ के ओडिशा कर लिया, ओडिशा तो ओडिशा कर दिता गया है। मतलब ये नाम चेंज जो पार्लीमेंट के द्वारा किए जाते हैं जी। ठीक है जी, आ नाम चेंज किए जाते हैं जी। और डोंट वरी भरा, जे क्लास अज वो नहीं हुई है ना, पंजाबी दे रीजनिंग की क्लास नहीं हुई है, वो तुहानू अपडेट मिल जाऊगी उसकी कि उस क्लास किस टाइम हो जाएगी। डोंट वरी, जे गल कही गई है तो क्लासेस, जे मान लो मैं कोई एमरजेंसी आ गई, मैनू क्लास नहीं मैं लई है, तो वो रीड शेड्यूल आप कर दें। ठीक है जी, चलो जी, चलो अगे देखो। पहला पढ़न ते जोर दे दो कोई भरा सारे। ठीक है जी, नहीं रंधावा साहब किते नहीं जाना अज, पहला इस तो बाद आप फिर बाबे दे दरबार जावांगे रात नूं, क्योंकि सारा दिन तो इत्थे रहना पैंदा है। अगला क्वेश्चन कहता विच ऑफ द फॉलोइंग इज द बुलवर्क ऑफ द पर्सनल फ्रीडम। बुलवर्क की हुंदा है जी, आ दस दो एक बारी। ठीक है, आज़ादी का प्रतीक के तौर पर किस नूं कहा मन्निया जाता है? ठीक है जी, मैंडबस, हैबियस कॉर्पस, लंघ चुकी है डेटा बच्चे। जसपाल कौर हुण तो ऑफिशियल नोटिफिकेशन, ताइयों कहने आप सारे बच्चों, ताइयों कहने कि अपना फार्म आप भरना चाहिए जी, अपना फार्म आप भरना चाहिए। देखो तुसी फेसबुक चलानी सीख ली, व्हाट्सएप चलाना सीख लिया, सिक्ख्या ना भी, तो फार्म भरना किहड़ा औखी गल हुंदी है? फार्म भरना तो कोई औखी गल नहीं जी। ठीक है,
जिस दिन फार्म निकले, कल भी यही गल चर्चा कर रहा थी मैं कि जिस दिन फार्म निकले उसी दिन भर लो। तुसी वेट करते रहने हो कि हाँ लास्ट डेट ना पूछा करो, सिर्फ ये पूछा करो स्टार्ट किस दिन हो रहा जी, उस दिन ही। सिमरनदीप बच्चे ये न्यू क्वेश्चन ही ने बच्चे, ठीक है। पॉलिटी के बाहर तो अड्ड तो कुछ होएगा नहीं ना। इन दी एंड वो एक 395 आर्टिकल, 12 शेड्यूल ते 25 पार्टी बार बार रिपीट होने जी। विक्की शर्मा धन्यवाद मेरा भरा, अज फोटो पावांगे अज इंस्टा ते, है ना। चलो जी, जे आप गल करिए मैंडमस जिन्नियां भी रिटां होंदियां ने, 5 रिटां विचों एक रिट जिहड़ी हुंदी है, 5 रिटां विचों जिहड़ी एक रिट हुंदी है ओही सिर्फ पब्लिक ते प्राइवेट ते लग सकदी है। पब्लिक दा मतलब है सरकार या सरकारी नौकरां ते जिहड़ी प्राइवेट हुंदी है मतलब हर किसी ते लग सकदी है, मतलब प्राइवेट। ਇਹਦੇ ਵਿੱਚ ਆਪਾਂ ਕਾਊਂਟ ਹੁੰਨੇ ਆ क्योंकि ਆਪਾਂ सरकार ਦਾ ਹਿੱਸਾ नहीं ना हैगी। तो इस ਵਿੱਚ ਆਪਾਂ ਗੱਲ करिए हैबियस कॉर्पस, आ चीज़ ਹੁੰਦੀ है जी। बी ऑप्शन इज द करेक्ट, ठीक है जी। बच्चे इस क्लास की PDF तो ज़्यादा मैं समझाने ते जोर दिना, जस मैं समझाने ते जोर ज़्यादा दिना। बई जसपाल कौर जी हुण कुछ नहीं हो सकता है, हुण तो बोर्ड जे एक्सटेंड कर देवे तो देखी जाएगा हुण, है ना। हुण एक चीज़ पूछना चाहांगा सारिआं नूं कि PDF ते ज़्यादा जोर, PDF लैण ते तुसीं ज़्यादा जोर लेना कि समझण ते, आओ दस दो जी। एक बकायदा नोटिफिकेशन भी भरावा आया होया सीगा, जे नहीं पता है तो नोटिफिकेशन जिहड़ा PSSB दा एक लेटेस्ट नोटिफिकेशन आया सीगा, करीब 10 तरीक नूं आया सी। वो तुसीं एक बार नोटिस पढ़ लो, उहदे विच प्रॉपर दिता होया कि DD YY करके तुसीं फी पे कर सकते हो जी, ठीक है जी। चलो हैबियस कॉर्पस हो गया, जिहदा मतलब हुंदा ब्रिंग द बॉडी हुंदा है। आ चीज़ तुसीं याद रखना थोड़ी। ये जसवीर कौर करंट अफेयर वाले सर दसणगे। जसप्रीत कौर बच्चे साडा मेन एजेंडा जी यही हुंदा जी। जे PDF लेनी है तो बोलो मैं सब तो पहला PDF दे दूंगा, उसके बाद ये कह दूंगा इहदा आंसर दस दो, इहदा आंसर दस दो। दैट डजंट मेक एनी सेंस, राइट, ठीक है। चलो जी, पहला चीज़ों को समझ लो, PDF का की है, पीरियड तो दिमाग 'ਚ बैठ जाना जी। जच रहना सुने सिओ, अज जिथे मर्जी फोटो दिखा दी। चलो जी, अगला देखो जी। द प्रीएम्बल ऑफ आवर कॉन्स्टिट्यूशन रीड्स इंडिया एज, जिहड़ा भारत की प्रीएम्बल है जिन्होंने प्रस्तावना या प्रीफेस कहने हाँ, या जिहड़ा पहला ऑब्जेक्टिव रेजोल्यूशन हुंदा सीगा वो भारत नूं किस विषय किस तरीके नाल डिफाइन करदे है जी। वाओ, आई वाज नॉट एबल टू गेट ए थिंग, ठीक है जी। चार नंबर, ठीक है जी, देख लेने आप। ठीक है जी, बिल्कुल चौथा नंबर ही आएगा। चौथा नंबर बिल्कुल ठीक है जी, चौथा नंबर ही आएगा। ये सारे का मतलब पता है जी, इन्होंने सारे का मतलब पता है बच्चा पार्टी, इहदा किहदा की मतलब होंदा है जी। जे मतलब नहीं पता तो पूछ सकते हो, मैं दस देना, मैं एक बारी इलैबोरेट कर दूंगा किहदा की मतलब होंदा है जी। मतलब पता है भाई, एक भी सैशन सारे शेयर कर लो, ठीक है। ते नहा धो के अज बाबे के दरबार से पक्का जाके आए हो अज, ठीक है जी। किरण बच्चे देखो जी, सर पंप नहीं चकते किस दे भी पता है ना सारे नूं। चल जगरूप से पूछ रहा, दस दिन एक बार गुरपाल सिंह। सोवरेन का मतलब हुंदा जी संप्रभुता, मतलब मैनू किसी के प्रति कोई जवाबदेही नहीं देनी है, ठीक है जी। किसी प्रति जवाबदेही नहीं देनी हुंदी है कि मैं अपनी कंट्री जिहड़ी भारत की सरकार कोई भी काम करती है, कोई भी काम करती है उहदे लई किसी भी दूजी सरकार नूं पुछण दी लोड़ कोई नहीं है। इसदा मतलब सोवरेन। समाजवादी, ठीक है जी। सैकुलर धर्म निरपेख, डेमोक्रेट ते रिपब्लिक दे विच अंतर की हुंदा जी, समझ लो माड़ा जिहा। डेमोक्रेटिक आपां जी लोकतंत्र है साडे कोल इत्थे, ठीक है जी। डेमोक्रेसी दे विच की हुंदा जी, फॉर द पीपल बाय द पीपल, मतलब जे आपां सरकार की गल करिए जिहड़ी सरकार है लोकां लई लोकां द्वारा, ठीक है, वो बनाई जाती है, डेमोक्रेटिक हुंदी है जी। रिपब्लिक का मतलब यह है जिहड़ा साडा देश का मुखी है, जिहड़ा साडा देश का मुखी है वो कौन है, एक इलैक्टेड पोस्ट के थ्रू आउंदा है, बस दैट्स इट, ठीक है जी।
चलो जी अगला देखो जी, राइट्स टू प्रॉपर्टी वॉज रिमूवड फ्रॉम द लिस्ट ऑफ फंडामेंटल राइट्स ड्यूरिंग द रूल ऑफ। ਹੁਣ ਜਿਵੇਂ ਤੁਸੀਂ ਸਾਰਾ ਤੁਹਾਨੂੰ ਪਤਾ ਹੀ ਹੈ ਕਿ ਰਾਈਟ ਟੂ ਪ੍ਰੋਪਰਟੀ ਜਿਹੜਾ ਕਿ ਪ੍ਰੋਪਰਟੀ ਦਾ ਅਧਿਕਾਰ ਜਿਹੜਾ ਸੀਗਾ ਉਹ ਹਟਾ ਦਿੱਤਾ ਗਿਆ ਸੀਗਾ ਲਿਸਟ ਵਿੱਚੋਂ ਫੰਡਾਮੈਂਟਲ ਰਾਈਟ। ਉਸ ਟਾਈਮ ਸਰਕਾਰ ਕਿਹਦੀ ਸੀ? ਉਸ ਟਾਈਮ ਸਰਕਾਰ ਕਿਹਦੀ ਸੀ? यार एक बारी पढ़न च थोड़ा जिहा इंटीग्रिटी अखंडता भरा, इंटीग्रिटी मतलब अखंडता होंदा जगरूप, अखंडता मतलब सारा ਨੂੰ एकजुट करके रखना, ठीक है, जो साडे भारत विच किते भी नहीं दिखदी है। कोई किधर ਨੂੰ दौड़ी ਜਾਂਦਾ, कोई किधर ਨੂੰ दौड़ी ਜਾਂਦਾ, ਸਾਰੇ ਧਰਮਾਂ ਦੇ ਜਾਤਾਂ ਪਾਤਾਂ ਆਧਾਰ ਤੇ ਵੰਡੀ ਜਾਂਦੇ ਨੇ ਕਿ ਮੈਂ ਸਰਦਾਰ ਹਾਂ, ਮੈਂ ਇਹ ਆ, ਮੈਂ ਉਹ ਆ, ਤੁਸੀਂ ਮੈਨੂੰ ਵੋਟ ਦੇਣੀ ਹੈ ਨਾ। ਸਿੱਧਾ ਕਹੋ ਕਿ ਮੈਂ ਕੰਮ ਕਰਨਾ, ਮੈਨੂੰ ਤਾਂ ਵੋਟ ਦਿਓ ਜੀ। ਬੀ ਆਪਸ਼ਨ ਬਿਲਕੁਲ ਠੀਕ ਹੈ ਜੀ। ਮੁਰਾਰਜੀ ਦੇਸਾਈ ਦੀ ਸਰਕਾਰ ਦੇ ਵੇਲੇ ਜੇ ਆਪਾਂ ਗੱਲ ਕਰੀਏ 44ਵਾਂ ਸੰਸ਼ੋਧਨ ਹੋਇਆ ਸੀਗਾ, 44ਵਾਂ ਸੰਸ਼ੋਧਨ ਹੋਇਆ ਸੀਗਾ 1978 ਦੇ ਵੇਲੇ, ਠੀਕ ਹੈ। ਆਹ ਬੰਦਾ ਹੁੰਦਾ ਹੈ ਜੀ, ਗੱਲ ਯਾਦ ਰੱਖਣਾ ਜੀ। ਜਦ ਕਿ 42ਵਾਂ ਸੰਸ਼ੋਧਨ ਇਸ ਦੇ ਟਾਈਮ ਤੇ ਹੁੰਦਾ ਜੀ, ਆਹ ਗੱਲ ਯਾਦ ਰੱਖਣਾ 1976। ਹੁਣ ਕਿੱਥੇ ਹੈ ਇਹ? ਫੰਡਾਮੈਂਟਲ ਰਾਈਟ ਤੋਂ ਬਣ ਗਿਆ ਹੈ ਲੀਗਲ ਰਾਈਟ ਬਣ ਗਿਆ ਹੈ, ਜੋ ਕਿ ਆਰਟੀਕਲ 300A ਤੇ ਭਾਗ 12 ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਹੈ। ਆਹ ਗੱਲ ਯਾਦ ਰੱਖਣੀ ਹੈ। ਕਲੀਅਰ ਹੈ ਜੀ। ਰਮਨਦੀਪ ਭਰਾ ਮੈਂ ਹੁਣ ਕੁਝ ਨਹੀਂ ਕਹਿ ਸਕਦਾ ਇਸ ਦੇ ਬਾਰੇ, ਹੈ ਨਾ। ਚਲੋ ਜੀ ਆਰਟੀਕਲ 300A 44 ਐਵਨਜੋਤ ਬਿਲकुल ठीक है जी। चलो अगला देखो जी, which of the following articles of the constitution deals with the fundamental duties। ਹੇਠ ਲਿਖਿਆ ਬੱਚੋ ਕਿਹੜਾ ਆਰਟੀਕਲ ਜਿਹੜਾ ਹੈ ਜੋ ਕਿ ਵਿਆਖਿਆ ਕਰਦਾ ਹੈ ਮੌਲਿਕ ਕਰਤੱਵਿਆਂ ਦੀ ਵਿਆਖਿਆ ਕਰਦਾ ਹੈ? ਆ ਦੱਸ ਦਿਓ ਜੀ। ਝੂਠੀਆਂ ਨੂੰ ਝੂਠੀਆਂ ਤੂੰ ਝੂਠੀ। ਹਾਂ ਭਰਾ, ਉਸ ਤੋਂ ਬਾਅਦ ਰਿਜ਼ਾਈਨ ਦੇਣਾ ਪਿਆ ਸੀ ਉਹਨੂੰ। जस भरा 2 नंबर आर्टिकल बिल्कुल ठीक है जी। ਕਿਹੜੇ ਸੀ ਭਰਾ? ਬਿਲਕੁਲ ਪ੍ਰੀਐਂਬਲ ਚ ਆ ਇਦਾਂ ਨਾ ਦੇਖੋ, ਬਿਲਕੁਲ ਮੇਰੇ ਭਰਾ ਜਿਹੜਾ ਜਿਹਨੇ ਇਸ ਟਾਈਮ ਡਾਊਟ ਪੁੱਛਿਆ ਨਾ ਜੀ, ਕੀ ਨਾਮ ਹੈ, ਇਹਨੇ ਕੁਐਸਚਨ ਪੁੱਛਿਆ, ਇਦਾਂ ਦੇ ਬੱਚੇ ਮੈਨੂੰ ਬਹੁਤ ਸਹੀ ਲੱਗਦੇ ਆ ਜੀ, ਬਹੁਤ ਸਹੀ ਲੱਗਦੇ ਆ। ਵਾਈਬ੍ਰੈਂਟ ਅਪਡੇਟਸ, ਇੱਧਰ ਉੱਧਰ ਦੀ ਕੋਈ ਭਕਾਏ ਨਹੀਂ, ਕੰਮ ਦੀ ਗੱਲ, ਠੀਕ ਹੈ। ਜਿਸ ਟਾਈਮ ਭਕਾਈ ਮਾਰਾਂਗੇ ਤਾਂ ਮੈਂ ਹੀ ਸਟਾਰਟ ਕਰੂੰਗਾ, ਜ਼ਾਹਿਰ ਜੀ ਗੱਲ ਹੈ, ਠੀਕ ਹੈ ਜੀ। 1976 ਚ ਮੇਰਾ ਭਰਾ 3 ਚੀਜ਼ਾਂ ਯਾਦ ਰੱਖਣੀਆਂ ਨੇ, 3 ਚੀਜ਼ਾਂ ਯਾਦ ਰੱਖਣੀਆਂ ਜਿਹੜੀ ਐਡ ਕੀਤੇ ਗਏ ਸੀਗਾ। ਦੈਟ ਵਾਸ ਦਾ SIS, ਸੋਸ਼ਲਿਸਟ, ਸੈਕੂਲਰ ਤੇ ਇੰਟੀਗ੍ਰਿਟੀ। ਇਹ 3 ਸ਼ਬਦ ਜਿਹੜੇ ਸੀਗੇ ਇਹ ਐਡ ਕੀਤੇ ਗਏ ਸੀ 42ਵੇਂ ਸੰਸ਼ੋਧਨ ਚ। ਆਹ ਗੱਲ ਯਾਦ ਰੱਖਿਓ ਜੀ, ਠੀਕ ਹੈ ਜੀ। ਚਲੋ ਜੀ 29-30 ਤਾਂ ਭਰਾਵਾ ਮਾਈਨੋਰਿਟੀਜ਼ ਵਾਸਤੇ ਹੈ, 29-30 ਤਾਂ ਮਾਈਨੋਰਿਟੀਜ਼ ਵਾਸਤੇ ਹੈ। ਔਨ ਦਾ ਬੇਸਿਸ ਮਾਈਨੋਰਿਟੀਜ਼ ਦਾ ਹਿਸਾਬ ਕਿਤਾਬ ਹੁੰਦਾ ਹੈ 29 ਦੇ ਵਿੱਚ। 39 ਦੇ ਵਿੱਚ ਜੇ ਆਪਾਂ ਗੱਲ ਕਰੀਏ DPSP ਆਉਂਦੀ ਹੈ, ਤੁਹਾਡਾ ਇਕੁਅਲ ਵੇਜਸ ਵਾਲੀ ਗੱਲ ਆ ਜਾਂਦੀ ਉੱਥੇ, ਠੀਕ ਹੈ, ਬਹੁਤ ਵਧੀਆ। ਹੁਣ ਇੱਥੇ ਗੱਲ ਕਰੀਏ, ਇਹ ਆਰਟੀਕਲ ਆ ਜਾਂਦਾ ਜੀ 51A। ਇੱਕ ਚੀਜ਼ ਹਮੇਸ਼ਾ ਧਿਆਨ 'ਚ ਦੇਣੀ ਹੈ, ਇੱਕ ਚੀਜ਼ ਹਮੇਸ਼ਾ ਧਿਆਨ 'ਚ ਮੇਰਾ ਭਰਾ ਇਹ ਦੇਣੀ ਹੈ, ਜਦ ਕਦੇ ਵੀ ਕੀ ਹੈ ਇਹਦਾ ਸਬ ਕਲੌਜ਼ ਲੱਗ ਜਾਂਦਾ। ਸਬ ਕਲੌਜ਼ ਦਾ ਮਤਲਬ ਹੈ ਇਹ 51A ਹੋ ਗਿਆ, 243 ABCD ਜੋ ਵੀ ਹੈ, ਠੀਕ ਹੈ। ਇਹ ਚੀਜ਼ ਕਦੋਂ ਐਡ ਹੋਈ ਸੀ ਆਪ ਪੱਕਾ ਯਾਦ ਰੱਖਣੀ, ਇਸ ਨਾਲ ਤੁਸੀਂ ਡਿਊਟੀਜ਼ ਯਾਦ ਰੱਖਦੇ ਹੋ ਜੀ। ਸਿਸ ਕੀ ਹੁੰਦਾ ਜੀ ਮੇਰਾ ਭਰਾ, ਮੈਂ ਦੱਸਿਆ ਸੀ ਨਾ, ਇਹਦਾ ਮਤਲਬ ਕੀ ਹੈ ਜੀ? ਸੈਕੂਲਰ, ਇੰਟੀਗ੍ਰਿਟੀ ਐਂਡ ਸੋਸ਼ਲਿਸਟ। ਇਹ 3 ਸ਼ਬਦ ਐਡ ਕੀਤੇ ਗਏ ਸੀਗੇ, ਇਹਦਾ ਮਤਲਬ ਇਹ ਹੁੰਦਾ ਜੀ, ਠੀਕ ਹੈ ਜੀ। ਬਿਲਕੁਲ ਜਸ ਮੇਰਾ ਭਰਾ, ਸਵਰਨ ਸਿੰਘ ਕਮੇਟੀ 42ਵਾਂ ਸੰਸ਼ੋਧਨ ਬਹੁਤ ਵਧੀਆ ਜੀ, ਠੀਕ ਹੈ ਜੀ। ਚਲੋ ਜੀ, ਚਲੋ ਨਿਸ਼ਾ ਬੱਚੇ ਦੇਖੋ ਜੀ, ਹੁਣ ਇਸ ਦੇ ਨਾਲ ਜਿਹੜੀ ਪਹਿਲੀ ਘਟਨਾ ਜੁੜਦੀ ਹੈ ਕਿ ਇਹਦੇ ਨਾਲ ਭਾਗਨਾਮਾ ਜੁੜਿਆ ਸੀਗਾ, 4A ਜੁੜਿਆ ਸੀਗਾ, ਠੀਕ ਹੈ। ਲਈਆਂ ਕਿੰਨੀਆਂ ਸੀ? ਪਹਿਲਾਂ ਚ 10 ਸੀਗੀਆਂ, ਅੱਗੇ ਚੱਲ ਕੇ ਇੱਕ ਹੋਰ ਵੱਧ ਗਈ, ਮਤਲਬ ਹੋ ਗਿਆ 11। 11ਵੀਂ ਡਿਊਟੀ 86ਵੇਂ ਸੰਸ਼ੋਧਨ ਵਿੱਚ ਲੈ ਗਈ ਸੀ ਸਨ 2002, ਠੀਕ ਹੈ ਜੀ। ਹੁਣ ਸਰਕਾਰ ਦਾ ਦਿਮਾਗ ਕਿਵੇਂ ਹਿਲਿਆ ਸੀਗਾ? ਸਵਰਨ ਸਿੰਘ ਨੇ ਇਹ ਗੱਲ ਕਹੀ ਸੀ ਕਿ ਇਹ ਚੀਜ਼ ਵੀ ਹੋਣੀ ਚਾਹੀਦੀ ਹੈ। ਕਹਿੰਦਾ ਕਿ ਮੈਨੂੰ ਵੀ ਨਹੀਂ ਪਤਾ ਕਿੱਥੋਂ ਕਾਪੀ ਕਰਨੀ ਹੈ, ਕਹਿੰਦਾ ਕਿ USSR ਤੋਂ ਕਾਪੀ ਕਰ ਲਓ। ਆਹ ਦੇਖੋ ਜੀ, ਕਲੀਅਰ ਹੋ ਗਿਆ ਜੀ, ਬਹੁਤ ਵਧੀਆ ਭਰਾ ਮੇਰਾ ਜਸ। ਹੁਣ ਤਾਂ ਯਾਦ ਹੀ, ਜਸ ਹੁਣ ਤੱਕ ਤਾਂ ਯਾਦ ਹੀ ਹੋ ਗਿਆ ਹੋਣਾ ਇੱਥੇ, ਠੀਕ ਹੈ, ਕਿਉਂਕਿ ਇਹ ਚੀਜ਼ ਇੰਨੀ ਕੁ ਵਾਰ ਆਪਾਂ ਨੇ ਰਿਪੀਟ ਕਰਵਾਈ ਹੋਈ ਹੈ ਤੁਹਾਨੂੰ, ਠੀਕ ਹੈ। ਚਲੋ ਅਗਲਾ ਕੁਐਸਚਨ, ਡਿਊਲ ਸਿਟੀਜ਼ਨशिप, ਦੋਹਰੀ ਨਾਗਰਿਕਤਾ ਜੀ। ਦੋਹਰੀ ਨਾਗਰਿਕਤਾ ਜਿਹੜੀ ਹੈ ਇਹ ਕਿਸ ਤਰੀਕੇ ਦੀ ਸਰਕਾਰ ਦਾ ਸਪੈਸ਼ਲ ਫੀਚਰ ਹੈ, ਠੀਕ ਹੈ।
दस दो एक बारी। दस दो मुंडे का आंसर की है जी हुण। 6 ਤੋਂ 14 ਸਾਲ ਐਵਨਜੋਤ बहुत वधिया जी। ਐਵਨਜੋਤ ਇਹ भी याद रखना आर्टिकल 45 ਦੇ ਵਿੱਚ है जी। जगरूप भाई पंचायत वास्ते एक अलग तो एक वीडियो बना के रखी है पॉलिटी दी, महीना डेढ़ महीना पहला दी, चक के पढ़ के देख लो एक बारी भरा। चलो जी बिल्कुल ठीक है जी। ये होए साडा फैडरल दे विच आंदा है। पर जे आपां गल करिए भारत दे विच फैडरल सिस्टम है जरूर है, लेकिन ड्यूल सिटीजनशिप है नहीं भारत विच। नो ड्यूल सिटीजनशिप। भारत विच की है जी, एकल नागरिकता है जी, सिंगल सिटीजनशिप हुंदी है जी, सिंगल सिटीजनशिप हुंदी है। कहने दा भावार्थ ये है जिवें कि तुसीं खासे सारे बच्चे ने इस टाइम रौला पाया होया है किस चीज़ का, डोमिसाइल का। डोमिसाइल का डोमिसाइल जिहड़ा है ये बेसिकली बिल्कुल अड चीज़ है जी, ते नागरिकता अड। तुसी नागरिक जे गल करिए इत्थे नागरिक केवल कित्थे दे हैं, तुसी इंडिया दे नागरिक हो, पंजाब दे नागरिक नहीं हो। लेकिन जिहड़े तुसी बाशिंदे हो वो तुसी कित्थे दे हो, वो पंजाब हरियाणा यूपी दे हो सकते हो। आ गल याद रखियो जी, ठीक है जी। आर्टिकल 40 वेस्ट है क्या कहना निशा, 40 वास्ते 75 पंचायत वास्ते। हाँ जी बच्चे, ऑन द बेसिस ऑफ 40 जो आप गल करिए वो है जी, बिल्कुल ठीक है जी। अच्छा हो गया कनेक्टेड। हाँ वाइब्रेंट अपडेट। लेकिन कॉजी फेडरल जिहड़ा है एक क्रिटिक्स का काम है। कॉजी फेडरल जिहड़ा हैगा एक क्रिटिक्स ने क्या होया। वैसे आप की है जी फेडरल बार बार डिस्कनेक्ट क्यों हो रही है चैट। एक मिनट रुको मैं बुला लूँगा माड़ा गया। चलो होगी रिकनेक्ट होगी, ठीक है ठीक है ठीक है। हुण इहदे विच की है जिहड़ा आर्टिकल नंबर 40 है ना जी, ठीक है। बहुत वधिया भुपिंदर, रिकनेक्ट हो गया मैम, हो गया रिकनेक्ट हो गया, चैट डिस्कनेक्ट हो गया था, ठीक है मैम। चलो जी बिल्कुल जी। 25 तो 28 धर्म नाल जी, बिल्कुल ठीक है। 23-24 धक्काशाही के खिलाफ है जी, ठीक है जी। बच्चे आर्टिकल सारे जरूरी होंगे जी। यस सोनिका यू आर एब्सोल्युटली करेक्ट। देयर इज नो सच टाइप ऑफ वर्ड लाइक द कोजी फेडरल। हुण जिद्दां आपां कहने ना, जिद्दां आपां मान लैने आ कि किसी बारे आप कुछ कह रहे हैं, फॉर एग्जाम्पल जिमें तुसी गल करो है सा बेसिकली ये जिहड़ा अज दा पर्व जिहड़ा हैगा, जिहड़ा अज दा पर्व है ये सिख धर्म नाल संबंधित हुंदा है। पर आप कह दें ना कि पूरी मानवता वास्ते संदेश दिता जाता है जी, वो गल की जाती है। ठीक इसी तरीके नाल लोकां ने विचार दिते हुए ने अपने संविधान के बारे, तां कॉजी फेडरल कहा जाता है जी। शोषण दे विरुद्ध इहदा अधिकार, बिल्कुल जी उही गल कही है, ठीक है जी। अगला देखो जी, चलो जी आर्टिकल्स भी मेरा भरा ला देंगे, फिर वो कल आर्टिकल से पढ़ा पाऊंगा और क्वेश्चनरी फॉर्म के नहीं, कल आर्टिकल्स, ठीक है करा दूंगा मेरा भरा। एक्सप्लॉटेशन वन इज द सेम थिंग, एक्सप्लॉटेशन एंड शोषण इज वन ऑफ द सेम थिंग, ठीक है जी। विच वन ऑफ द फॉलोइंग रिट्स लिटरली मीन्स व्हाट इज योर अथॉरिटी, ठीक है जी। एवें याद होंगे भुपिंदर कौर बच्चे, जे सीरीज दर आप करावांगे ना, सीरीज दर करावांगे
ਤਾਂ ਕੰਮ ਔਖਾ ਹੁੰਦਾ ਹੈ। ਐਵੇਂ ਰੈਂਡਮਲੀ ਕਦੇ ਉਹ ਕਰ ਲਿਆ ਕਦੇ ਇਹ ਕਰ ਲਿਆ ਤਾਂ ਯਾਦ ਰਹਿੰਦੇ ਆ ਜੀ। ਅੱਛਾ 124 143 108 111 ਹੈ ਨਾ। ਤੇ ਉਸ ਤੋਂ ਬਾਅਦ ਜੇ ਗੱਲ ਕਰੀਏ 79 80 81 ਠੀਕ ਹੈ ਜੀ 52 53 352 356 360 ਉਹ ਗੱਲ ਇਵੇਂ ਕਰੋਗੇ ਨਾ ਯਾਦ ਜ਼ਿਆਦਾ ਯਾਦ ਰਹੂਗਾ। ਜੇ ਆਪਾਂ ਗੱਲ ਕਰੀਏ ਵਟ ਇਜ਼ ਯਰ ਅਥਾਰਟੀ, ਬਾਲੀ ਬਾਰ ਮੈਂ ਰਿਟਸ ਰਿਪੀਟ ਕਰ ਚੁੱਕਿਆ, ਹੁਣ ਤੱਕ ਤਾਂ ਰੱਟ ਜਾਣੀ ਚਾਹੀਦੀਆਂ। ਕਿਆ ਸਾਰੇ ਬੱਚੇ ਨੂੰ ਰਿਟਸ ਦੇ ਲਿਟਰਲੀ ਮੀਨ ਪਤਾ ਹੈ ਜੀ? ਠੀਕ ਹੈ, ਕਿਆ ਸਾਰੇ ਬੱਚਿਆਂ ਨੂੰ ਰਿਟਸ ਦਾ ਮਤਲਬ ਪਤਾ ਹੈ ਜੀ? ਕਿਹੜੀ ਕਿਹੜੀ ਰਿਟ ਦਾ ਕਿਹੜਾ ਕਿਹੜਾ ਮਤਲਬ ਹੁੰਦਾ ਜੀ? ਭੁਪਿੰਦਰ ਕੌਰ ਬੱਚੇ ਕਲੀਅਰ ਹੈ? ਸਾਰੇ ਬੱਚਿਆਂ ਨੂੰ, ਜੇ ਕਿਸੇ ਇੱਕ ਵੀ ਬੱਚੇ ਨੂੰ ਡਾਊਟ ਹੈ ਇਹਨਾਂ ਦਾ ਮਤਲਬ ਕੀ ਹੁੰਦਾ ਜੀ, ਇੱਕ ਵਾਰੀ ਪੁੱਛ ਸਕਦਾ ਹੈ। ਤੇ ਅੱਜ ਬਿਲਕੁਲ ਸਭ ਕੁਝ ਕਲੀਅਰ ਕਰਾਂਗੇ, ਫਿਰ ਇੱਕ ਵਾਰੀ ਕਰ ਦਾਂਗੇ ਜੀ। ਨਿਸ਼ਾ ਬੱਚੇ ਤੁਹਾਡੀ ਮਿਹਨਤ ਹੈ, ਬੱਚੇ ਨਿਸ਼ਾ ਬੱਚੇ ਤੁਹਾਡੀ ਮਿਹਨਤ ਹੈ, ਮੈਂ ਤਾਂ ਖਾਲੀ ਇੱਕ ਜ਼ਰੀਆ ਹਾਂ। ਠੀਕ ਹੈ ਜੀ। ਰਜਨੀ ਸਹਿਗਲ ਠੀਕ ਹੈ ਜੀ, ਇਹਨਾਂ ਨੂੰ ਨਹੀਂ ਪਤਾ ਬੱਚੇ ਹੈ ਨਾ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਸਮਝਾ ਦਿੰਦੇ ਆ ਜੀ, ਕੋਈ ਗੱਲ ਨਹੀਂ ਰਜਨੀ ਬੱਚੇ ਸਮਝਾ ਲੈਣੇ, ਮੈਂ ਦੇਖ ਲਿਆ ਜੀ। ਰਿਟ ਜਾਰੀ ਕੀਤੀ ਜਾਂਦੀ ਹੈ ਨਾ। ਚਲੋ ਜੀ ਦੇਖ ਲਓ ਜੀ ਇੱਕ ਵਾਰੀ ਹੈ ਨਾ ਸਾਕਸ਼ੀ ਬੇਟਾ। ਦੇਖੋ ਹੁਣ ਕੀ ਕਹਿ ਰਿਹਾ ਜੀ, ਹੈਬੀਅਸ ਕਾਰਪਸ ਅੰਗਰੇਜ਼ੀ ਦਾ ਅੱਖਰ ਹੁੰਦਾ ਜੀ, ਕਾਪਸ ਹੁੰਦਾ ਇੱਕ ਅੰਗਰੇਜ਼ੀ ਦਾ ਅੱਖਰ। ਥੈਂਕ ਯੂ ਸੋ ਮਚ। ਕੋਈ ਨਹੀਂ ਰਿਟਸ ਤੇ ਸੂਰਜ ਮੇਰਾ ਭਰਾ ਕਰਾ ਦਾਂਗੇ, ਰੁਕੋ ਰੁਕੋ। ਚਲੋ ਦੇਖੋ ਜੀ, ਅੰਗਰੇਜ਼ੀ ਦਾ ਇੱਕ ਅੱਖਰ ਹੁੰਦਾ ਹੈ ਕਾਪਸ। ਠੀਕ ਹੈ, ਕਾਪਸ ਦਾ ਮਤਲਬ ਹੁੰਦਾ ਜੀ ਮ੍ਰਿਤ ਸ਼ਰੀਰ। ਕਾਪਸ ਦਾ ਮਤਲਬ ਕੀ ਹੁੰਦਾ ਜੀ? ਮ੍ਰਿਤ ਸ਼ਰੀਰ ਹੁੰਦਾ ਹੈ। ਤਾਂ ਮ੍ਰਿਤ ਸ਼ਰੀਰ ਨੂੰ ਤੁਸੀਂ ਹਾਸਲ ਕਰਨਾ, ਕਾਪਸ ਪੜ੍ਹ ਲਓ ਇਹਦਾ। ਠੀਕ ਹੈ, ਤਾਂ ਇਹਦਾ ਮਤਲਬ ਹੁੰਦਾ ਹੈ ਕਿ ਉਹ ਸ਼ਰੀਰ ਲੈ ਕੇ ਆਓ। ਇਹਦਾ ਮਤਲਬ ਕੀ ਹੋਏਗਾ? ਬ੍ਰਿੰਗ ਦਾ ਬੋਡੀ। ਠੀਕ ਹੈ ਜੀ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਹੈਬੀਅਸ ਕਾਰਪਸ ਤੋਂ ਬਾਅਦ ਇੱਕ ਆਉਂਦੀ ਹੈ ਜੀ ਮੈਂਡਮਸ। ਮੈਂਡਮਸ ਨਾਲ ਫਿਰ ਆਪਾਂ ਗੱਲ ਲਿਖਣਾ, ਅੰਗਰੇਜ਼ੀ ਦਾ ਅੱਖਰ ਹੈ, ਇਹਨੂੰ ਪੰਜਾਬੀ ਚ ਆਪਾਂ ਵਿਗਾੜ ਲੈਂਦੇ ਆ ਜੀ। ਠੀਕ ਹੈ ਜੀ। ਤੇ ਇਹਦੇ ਵਿੱਚ ਆਪਾਂ ਗੱਲ ਕਰੀਏ, ਇਹਨੂੰ ਆਪਾਂ ਹੀ ਪੜ੍ਹ ਲੈਣਾ, ਮੰਨਦਾ ਕਿ ਨਹੀਂ ਮੰਨਦਾ ਜੀ, ਮੰਨਦਾ ਹੈ ਕਿ ਨਹੀਂ ਮੰਨਦਾ ਹੈ। ਠੀਕ ਹੈ ਜੀ। ਚਲੋ ਜੀ ਯਾਰ ਅੱਜ 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 ਮਤਲਬ ਮੇਰੀ ਰਿਸ਼ਤੇ ਵਾਲੀ ਗੱਲ ਕਿਤੇ ਪਾਸੇ ਚੱਲ ਸਕਦੀ ਹੈ ਨਾ, ਮੈਂ ਸੋਹਣਾ ਬਣ ਕੇ ਆਇਆ ਮੈਂ ਨਾ, ਹੈ ਨਾ ਮਨਦੀਪ। ਚਲੋ ਠੀਕ ਹੈ ਬੱਚੇ, ਇੱਕ ਵਾਰੀ ਮਾੜਾ ਪੜ੍ਹ ਲਓ ਹੈ ਨਾ। ਥੈਂਕ ਯੂ ਸੋ ਮਚ ਫॉर द ਕੰਪਲੀਮੈਂਟ, ਤੇ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਜੀ। ਤੇ ਹੁਣ ਥੋੜਾ ਆਪਾਂ ਪੜ੍ਹ ਲਈਏ ਹੈ ਨਾ। ਚਲੋ ਜੀ ਹੁਣ ਮੈਂਡਮਸ ਦੀ ਗੱਲ ਕਰ ਰਹੇ ਹਾਂ ਆਪਾਂ। ਮੈਂਡਮਸ ਕੀ ਕਹਿ ਰਿਹਾ ਮੈਂ ਇੱਥੇ, ਮੰਨਦਾ ਕਿ ਨਹੀਂ ਮੰਨਦਾ ਜੀ, ਮੰਨਦਾ ਹੈ ਕਿ ਨਹੀਂ ਮੰਨਦਾ। ਮਤਲਬ ਇਹ ਕੀ ਕਹਿ ਰਿਹਾ, ਆਪਾਂ ਕਹਿ ਰਹੇ ਹਾਂ ਕਿ ਆਪਾਂ ਕੀ ਕਰ ਰਹੇ ਇੱਥੇ, ਕਮਾਂਡ ਕਰ ਰਹੇ ਹਾਂ ਜੀ। ਵੀ ਕਮਾਂਡ, ਇਹਦਾ ਅਰਥ ਹੁੰਦਾ ਹੈ, ਆ ਗੱਲ ਯਾਦ ਰੱਖਣੀ ਹੈ। ਪ੍ਰੋਹਿਬਿਟ ਦਾ ਮਤਲਬ ਹੀ ਹੁੰਦਾ ਹੈ ਜੀ ਰੋਕ ਲਗਾਣਾ। ਟੂ ਫॉरबिड ਦਾ ਇਹਦਾ ਮਤਲਬ ਹੀ ਹੁੰਦਾ ਹੈ ਜੀ, ਇਹਦਾ ਮਤਲਬ ਹੀ ਹੈ ਜੀ ਫॉरबिड ਕਰਨਾ ਜੀ। ਠੀਕ ਹੈ। ਚਲੋ ਪੰਪ ਨਾ ਦਿਓ ਭਾਈ ਹੈ ਨਾ, ਕਲਾਸ ਵੀ ਪੜ੍ਹਾਣੀ ਆ। ਹੋਰ ਕਿਤੇ ਮੈਂ ਕਹਿ ਦਵਾਂ ਕਿ ਚਲੋ ਰੱਖੋ, ਹੁਣੇ ਮੈਂ ਗੱਲ ਕਰਕੇ ਆ ਘਰ ਦੇ ਨਾਲ ਕਿ ਮੈਂ ਵੀਡੀਓ ਕਾਲ ਤੇ ਅੱਜ ਹੀ ਰਿਸ਼ਤਾ ਪੱਕਾ ਕਰਾਓ ਮੇਰਾ। ਠੀਕ ਹੈ ਜੀ। ਚਲੋ ਜੀ, ਇਹ ਪ੍ਰੋਹਿਬਿਟੇਸ਼ਨ ਦੋ ਕੱਢ ਲੈਣਾ। ਪ੍ਰੋਹਿਬਿਟ ਇਹਦਾ ਮਤਲਬ ਹੁੰਦਾ ਹੈ ਰੋਕ ਲਗਾਣਾ। ਰੋਕ ਕਿਸ ਕੇਸ ਵਿੱਚ ਲਗਾ ਲਓ, ਮੰਨ ਲਓ ਕਿ ਹਰ ਬੰਦੇ ਦਾ ਅਧਿਕਾਰ ਖੇਤਰ ਵੰਡਿਆ ਹੁੰਦਾ ਜੀ, ਅਧਿਕਾਰ ਖੇਤਰ ਵੰਡਿਆ ਹੁੰਦਾ ਜੀ। ਠੀਕ ਹੈ। ਅਧਿਕਾਰ ਖੇਤਰ ਵੰਡਣ ਦੇ ਅਰਥਾਤ ਇਹ ਹੋ ਗਿਆ ਕਿ ਜਦ ਕਦੇ ਵੀ ਕੋਈ ਕੋਰਟ ਕਿਸੇ ਕੇਸ ਦੀ ਸੁਣਵਾਈ ਕਰਦਾ ਹੁੰਦਾ ਹੈ, ਕੋਈ ਕੋਰਟ ਕਿਸੇ ਕੇਸ ਦੀ ਸੁਣਵਾਈ ਕਰਦਾ ਹੁੰਦਾ ਤੇ ਉਹ ਉਹਦੇ ਜੁਰਿਸਡਿਕਸ਼ਨ, ਉਹਦੇ ਅਧਿਕਾਰ ਖੇਤਰ ਤੋਂ ਬਾਹਰ ਚਲਾ ਜਾਂਦਾ ਹੈ ਤਾਂ ਆਪਾਂ ਰੋਕ ਲਗਾ ਸਕਦੇ ਹਾਂ। ਇਹਦਾ ਮਤਲਬ ਹੁੰਦਾ ਬੈਨ। ਬਿਲਕੁਲ ਮੇਰਾ ਭਰਾ, ਬਿਲਕੁਲ ਠੀਕ ਹੈ ਜੀ। ਤੇ ਮਾਈਨਰ ਜਿਹਾ ਡਿਫਰੈਂਸ ਹੈ ਸੈਸ਼ਨਰੀ ਤੇ ਪ੍ਰੋਹਿਬਿਟੇਸ਼ਨ ਦੇ ਵਿੱਚ। ਇਹਦਾ ਮਤਲਬ ਹੁੰਦਾ ਹੈ ਜੀ ਟੂ ਬੀ ਸਰਟੀਫਾਈਡ। ਇਹਦਾ ਕੇਸ ਵੀ ਉਦੋਂ ਬਣਦਾ ਹੈ ਜਦੋਂ ਕੀ ਹੈ ਜੀ ਅਧਿਕਾਰ ਖੇਤਰ ਖਤਮ ਹੋ ਜਾਂਦਾ ਹੈ ਜੀ। ਅਧਿਕਾਰ ਖੇਤਰ ਇੱਕ ਲੋਅਰ ਕੋਰਟ ਦਾ ਖਤਮ ਹੋਏਗਾ। ਇਸ ਕੇਸ ਦੇ ਵਿੱਚ ਉਸ ਤੋਂ ਜਸਟ ਜੋਕਸ ਕੀ ਸੀ ਰਾਤ ਨੂੰ, ਜੋਕਸ ਕੀ ਪਤਾ ਭਰਾ ਕੀ ਬੋਲ ਰਿਹਾ, ਮੈਨੂੰ ਸਮਝ ਨਹੀਂ ਲੱਗਿਆ। ਟੂ ਬੀ ਸਰਟੀਫਾਈਡ ਦੇ ਕੇਸ ਵਿੱਚ ਕੀ ਹੁੰਦਾ ਜੀ, ਰੋਕ ਲਗਾ ਦਿੱਤੀ ਜਾਂਦੀ ਹੈ। ਤੇ ਇਸ ਕੇਸ ਵਿੱਚ ਉਹ ਜਿਹੜਾ ਕੇਸ ਹੁੰਦਾ ਹੈ ਉਹ ਵੱਡਾ ਕੋਰਟ ਜਿਹੜਾ ਹੁੰਦਾ ਆਪਣੇ ਕੋਲ ਮੰਗਾ ਲੈਂਦਾ ਹੈ। ਕੋਵਰੰਤ ਦਾ ਮਤਲਬ ਹੁੰਦਾ ਜੀ, ਠੀਕ ਹੈ ਜੀ, ਕੋਵਰੰਤ। ਠੀਕ ਹੈ, ਇਹਦਾ ਮਤਲਬ ਕੀ ਹੈ ਜੀ, ਆਹ ਪੜ੍ਹ ਲਓ ਇੱਕ ਵਾਰੀ। ਠੀਕ ਹੈ, ਕੋਵਰੰਤ ਦਾ ਮਤਲਬ ਹੁੰਦਾ ਜੀ ਵਟ ਇਜ਼ ਯੋਰ ਅਥਾਰਟੀ। ਅੰਗਰੇਜ਼ੀ ਦੇ ਵਿੱਚ ਵਟ ਇਜ਼ ਯੋਰ ਅਥਾਰਟੀ। ਠੀਕ ਹੈ ਜੀ। ਵਟ ਇਜ਼ ਅਥਾਰਟੀ ਦਾ ਅਰਥ ਇਹ ਹੋ ਗਿਆ ਕਿ ਤੇਰੀ ਔਕਾਤ ਕੀ ਹੋ ਜੀ, ਕੁਰਸੀ ਤੇ ਬੈਠੇ ਹੋ ਜੀ। ਰਿਟ ਦਾ ਆਰਟੀਕਲ ਬੱਚੇ, ਰਿਟ ਦਾ ਆਰਟੀਕਲ ਜਿਹੜਾ ਹੈਗਾ 32 ਹੈ ਜੀ, ਜਿਹਨੂੰ ਕਨਸਟੀਟਿਊਸ਼ਨਲ ਰੈਮੀਡੀਜ਼ ਦੇ ਨਾਮ ਤੋਂ ਆਪਾਂ ਜਾਣਦੇ ਹਾਂ ਜੀ।
ਕਨਸਟੀਟਿਊਸ਼ਨਲ ਰੈਮਡੀਜ਼ ਦੇ ਨਾਮ ਤੋਂ ਆਪਾਂ ਜਾਣਦੇ ਹਾਂ। ਆ ਗੱਲ ਯਾਦ ਰੱਖਿਓ ਜੀ। 32 ਦੇ ਅਕੋਰਡਿੰਗ ਬੱਚੇ ਸੁਪਰੀਮ ਕੋਰਟ ਜਾ ਸਕਦੇ ਹਾਂ ਤੇ ਫੰਡਾਮੈਂਟਲ ਰਾਈਟ ਦੇ ਜੇ ਕਿਸੇ ਨੇ ਨਹੀਂ ਮਿਲ ਰਿਹਾ ਤਾਂ ਸੁਪਰੀਮ ਕੋਰਟ ਸਿੱਧਾ ਆਰਟੀਕਲ 32 ਦੇ ਤਹਿਤ ਜਾ ਸਕਦਾ ਹੈ ਜਾਂ ਫਿਰ 226 ਦਾ ਯੂਜ਼ ਕਰਦੇ ਹੋਏ ਉਹ ਹਾਈ ਕੋਰਟ ਜਾ ਸਕਦਾ ਹੈ। ਆ ਗੱਲ ਯਾਦ ਰੱਖਿਓ। ਤੇ ਹੁਣ ਆ ਚੀਜ਼ ਤੁਸੀਂ ਯਾਦ ਰੱਖਣਾ ਜੀ। ਕਲੀਅਰ ਹੋ ਗਈ ਸਾਰਿਆਂ ਨੂੰ ਗੱਲ? ਕਲੀਅਰ ਬਾਈ 76 ਬੰਦੇ ਲਾਈਵ ਹੈ, 34 ਲਾਈਕ ਹੈ। ਸੱਜਣੋ ਆ ਤਾਂ ਗੱਲ ਤਾਂ ਨਹੀਂ ਬਣੀ ਕੋਈ। ਨਹੀਂ ਬਿਨਾ ਕੁਆਲੀਫਿਕੇਸ਼ਨ ਨਹੀਂ ਕਹਿ ਸਕਦਾ, ਉਹ ਕੁਆਲੀਫਿਕੇਸ਼ਨ ਚੈੱਕ ਕਰਨੀ ਹੁੰਦੀ। ਬਿਨਾ ਕੁਆਲੀਫਿਕੇਸ਼ਨ ਤਾਂ ਕੋਈ ਬੈਠ ਹੀ ਨਹੀਂ ਸਕਦਾ ਨਾ। ਹਾਂਜੀ ਬਣਿਆ ਇਹ ਹੈ। ਹਾਂ ਬਿਲਕੁਲ ਜੇ ਆਪਾਂ ਗੱਲ ਕਰ ਦਈਏ ਜਿਹੜਾ PSSB ਦਾ ਬੈਚ ਹੈ, PSSB ਦਾ ਬੈਚ ਹੈ, ਇਹ ਤੁਹਾਨੂੰ ਅੱਜ ਦੇ ਲਈ 1400 ਰੁਪਇਆ ਆ ਕੋਡ ਲਾਣ ਤੋਂ ਬਾਅਦ ਤੇ ਮਹਾ ਪੈਕ ਜਿਹੜਾ ਹੈ ਇਹ 2000 ਰੁਪਏ ਦਾ ਪਏਗਾ। ਕਿੰਨੇ ਦਾ? 2000 ਰੁਪਏ ਦਾ ਪਏਗਾ। ਆ ਤੁਸੀਂ ਆ ਕੋਡ ਜਿਹੜਾ ਹੈਗਾ ਆ ਗਿਫਟ ਸੀਗਾ ਬੱਚੇ। ਪਹਿਲਾਂ ਇਹਨਾਂ ਦੇ ਇਹ 3200 ਦਾ ਸੀਗਾ ਤਾਂ 2000 ਕਰਤਾ, ਇਹ 1900 ਦਾ ਸੀ ਇਹ 1400 ਕਰਵਾਤਾ। ਆ ਸੀਗਾ ਮੇਰਾ ਭਰਾ। ਠੀਕ ਹੈ ਜੀ 32 ਵੀ ਹੋ ਗਿਆ ਨਾਲ, ਹੈ ਨਾ। ਕਲੀਅਰ ਹੋ ਗਿਆ ਬੱਚੇ ਸਾਰਿਆਂ ਨੂੰ? ਜਿਹੜੇ ਬੱਚੇ ਆਪਣਾ ਇੱਕ ਪੁੱਛ ਰਹੀ ਸੀ ਗੁੱਡੀ, ਕਲੀਅਰ ਹੋ ਗਿਆ ਜੀ? ਹਾਂਜੀ ਹਾਂਜੀ ਮੈਂ ਤਾਂ ਬਾਲੇ ਦਿਨਾਂ ਦਾ ਵੇਟ ਕਰ ਰਿਹਾ ਸੀਗਾ ਕਿ ਕਦ ਬਾਬਾ ਜੀ ਦੀ ਜਯੰਤੀ ਆਏਗੀ ਤੇ ਫਿਰ ਆਪਾਂ ਕੁੜਤਾ ਵਿਆਹ ਪਾ ਕੇ ਆਵਾਂਗੇ ਅੱਜ। ਠੀਕ ਹੈ ਚਲੋ ਜੀ। ਹਾਰਟ ਐਂਡ ਸੋਲ ਵੀ ਕਿਹਾ ਜਾਂਦਾ ਨਿਸ਼ਾ ਬੱਚੇ। ਐਗਜ਼ੈਕਟਲੀ ਬਿਲਕੁਲ ਸਹੀ ਹੈ। ਇਜ਼ ਇਟ? ਜੇ ਸਾਰਿਆਂ ਨੂੰ ਕਲੀਅਰ ਹੈ ਇੱਕ ਵਾਰੀ ਕਮੈਂਟ ਸੈਕਸ਼ਨ 'ਚ ਦੱਸ ਦਿਓ। ਕਮੈਂਟ ਸੈਕਸ਼ਨ ਦੱਸ ਦਿਓ। ਕਿਸੇ ਨੂੰ ਹੁਣ ਵੀ ਸਮਝ ਨਹੀਂ ਆਇਆ ਤਾਂ ਆਪਾਂ ਇੱਕ ਵਾਰੀ ਕੋਸ਼ਿਸ਼ ਕਰਾਂਗੇ, ਇੱਕ ਵਾਰੀ ਹੋਰ ਸਮਝਾ ਦਈਏ। ਹਾਂ ਬੱਚਾ ਰਜਨੀ ਸਾਈਕਲ ਕਲੀਅਰ ਹੈ ਨਾ ਬੱਚੇ? ਠੀਕ ਹੈ। ਹੁਣ ਇਹ ਨਹੀਂ ਹੈਗਾ ਕਿ ਇਹਨੂੰ ਦੇਖ ਕੇ ਕਰ ਲਿਆ, ਇਹਨੂੰ ਆਪਣੀ ਕਾਪੀ 'ਚ ਨੋਟ ਡਾਊਨ ਕਰ ਲਓ। ਇਹਨੂੰ ਆਪਣੀ ਕਾਪੀ 'ਚ ਨੋਟ ਡਾਊਨ ਕਰ ਲਿਓ। ਠੀਕ ਹੈ। ਜੇ ਨਹੀਂ ਕੀਤਾ ਹੈ ਤਾਂ ਕਲਾਸ ਖਤਮ ਹੋਣ ਤੋਂ ਬਾਅਦ ਇਹ ਸਪੀਚ ਸਪੈਸ਼ਲੀ ਕਰ ਲੈਣਾ। ਠੀਕ ਹੈ ਸਾਕਸ਼ੀ ਬੱਚਾ? ਗੁੱਡ। ਚਲੋ ਜੀ ਬਈ ਸਾਰਿਆਂ ਨੂੰ ਕਮੈਂਟ ਕਰਨੇ 'ਚ ਟੈਕਸ ਲੱਗਦਾ ਜੀ? ਠੀਕ ਹੈ ਚਲੋ ਮੰਨ ਲੈਂਦੇ ਹਾਂ ਕਿ ਲਾਈਕ ਤੇ ਸ਼ੇਅਰ ਕਰਨ ਨੂੰ ਲੱਗਦਾ ਹੋਏਗਾ। ਇਹਦੇ ਵਿੱਚ ਤੁਹਾਡੇ ਬਾਰੇ ਪੁੱਛ ਰਿਹਾ ਜੀ। ਦੀਪ ਮੇਰਾ ਭਰਾ, ਦੀਪ ਆ ਚੱਕ ਲੈ, ਇਹਦੇ ਨਾਲ ਹੀ ਸਭ ਕੁਝ ਆ ਜਾਏਗਾ। ਆ ਚੱਕ ਲੈ, ਇਹਦੇ ਵਿੱਚ ਸਭ ਕੁਝ ਆ ਜਾਏਗਾ ਜੀ। ਯੈਸ ਯੂ ਆਰ ਨॉट ਫਿਟ। ਯੈਸ ਬ੍ਰੋ ਜਤਨ ਐਗਜ਼ੈਕਟਲੀ। ਠੀਕ ਹੈ ਜੀ ਓਕੇ ਜੀ। ਅਗਲਾ ਕੁਐਸਚਨ ਦੇਖੋ ਹੁਣ ਕੀ ਕਹਿੰਦਾ ਹੈ। ਰਾਈਟ ਟੂ ਪਬਲਿਕ ਆਫਿਸ। ਰਾਈਟ ਟੂ ਪਬਲਿਕ ਆਫਿਸ ਇਹ ਕੀ ਚੀਜ਼ ਹੈ ਜੀ ਆਪਣਾ? ਹਾਂ ਸੈਸ਼ਨਰੀ ਜਿਹੜਾ ਮੇਰਾ ਭਰਾ ਹੁੰਦਾ ਨਾ, ਸੈਸ਼ਨਰੀ ਜਿਹੜਾ ਹੁੰਦਾ ਵਾਈਬਰੈਂਟ ਅਪਡੇਟਸ ਵਾਲਾ ਮੇਰਾ ਭਰਾ ਦੇਖੋ ਜੀ। ਠੀਕ ਹੈ ਜੇ ਆਪਾਂ ਗੱਲ ਕਰੀਏ ਵਾਈਬਰੈਂਟ ਨੋਟਸ ਤੇ ਕਿਹਾ ਸੈਸ਼ਨਰੀ ਪ੍ਰੋਹਿਬਿਟੇਸ਼ਨ, ਮਾਈਨਰ ਜਿਹਾ ਡਿਫਰੈਂਸ ਆ ਭਰਾ। ਦੋਨੋਂ ਕੇਸ ਦੇ ਵਿੱਚ ਰਿਟ ਜਿਹੜੀ ਇਸ਼ੂ ਹੁੰਦੀ ਹੈ ਇੱਕ ਹਾਇਰ ਕੋਰਟ, ਹਾਈ ਕੋਰਟ ਨਹੀਂ ਬੋਲ ਰਿਹਾ, ਇੱਕ ਹਾਇਰ ਕੋਰਟ ਇੱਕ ਲੋਅਰ ਕੋਰਟ ਨੂੰ ਰਿਟ ਜਾਰੀ ਕਰਦਾ ਹੈ ਜਦ ਕਦੇ ਵੀ ਕੋਈ ਗੱਲ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਚਲੀ ਜਾਂਦੀ ਹੈ। ਇੱਕ ਵਿੱਚੋਂ ਰੋਕ ਲਾ ਦਿੰਦਾ ਕਿ ਉਹਦੇ ਵਿੱਚ ਪ੍ਰੋਸੀਡਿੰਗ ਅੱਗੇ ਨਹੀਂ ਕਰਨੀ ਹੈ, ਕੇਸ ਉੱਥੇ ਹੀ ਥੈਹੇ ਜਾਮ ਹੋ ਜਾਏਗਾ, ਜਦਕਿ ਇੱਕ ਨੂੰ ਆਪਣੇ ਕੋਲ ਬੁਲਾ ਲੈਂਦਾ ਹੈ। ਆਹ ਚੀਜ਼ ਤੁਸੀਂ ਯਾਦ ਰੱਖਣਾ ਜੀ। ਪਬਲਿਕ ਆਫਿਸ ਜੀ ਬਿਲਕੁਲ ਜੀ ਗੱਲ ਕਰੀਏ ਇਹ ਕੀ ਹੈ ਜੀ? ਤੁਹਾਡਾ ਪੋਲੀਟੀਕਲ ਰਾਈਟ ਹੈ ਨਾ, ਪੋਲੀਟੀਕਲ ਰਾਈਟ ਹੈ। ਕਲੈਕਟਿਵਲੀ ਜੇ ਆਪਾਂ ਗੱਲ ਕਰੀਏ ਪੋਲੀਟੀਕਲ ਰਾਈਟ ਦੇ ਨਾਲ ਨਾਲ ਕੁਝ ਚੀਜ਼ਾਂ ਜਿਹੜੇ ਆਪਾਂ ਗੱਲ ਕਰੀਏ ਐਗਜ਼ੈਕਟਲੀ ਇੱਥੇ ਪਬਲਿਕ ਆਫਿਸ ਕਿਹਦੀ ਗੱਲ ਕਰ ਰਿਹਾ ਹੈ? ਜੇ ਆਪਾਂ ਗੱਲ ਕਰੀਏ ਸਰਪੰਚ ਵੈਂਚ ਵਗੈਰਾ ਹੈ ਉਹਨਾਂ ਦੀ ਗੱਲ ਕਰ ਰਿਹਾ ਹੈ, ਕਨਸਟੀਟਿਊਸ਼ਨ ਪੋਸਟ ਦੀ ਗੱਲ ਕਰ ਰਿਹਾ ਹੈ। ਮੋਰਲ ਰਾਈਟਸ ਨੈਤਿਕ ਅਧਿਕਾਰ ਨਹੀਂ ਹੁੰਦੇ ਬੱਚੇ, ਨੈਤਿਕ ਅਧਿਕਾਰ ਥੋੜੀ ਹੈ ਜੀ, ਇਹ ਨੈਤਿਕ ਅਧਿਕਾਰ ਨਹੀਂ ਹੈਗਾ। ਠੀਕ ਹੈ ਚਲੋ ਜੀ ਅਗਲਾ ਦੇਖਦੇ ਹਾਂ ਜੀ ਹੁਣ। ਹਾਂ ਇੱਕ ਚੀਜ਼ ਹੋਰ ਯਾਦ ਰੱਖਣਾ ਤੁਸੀਂ, ਜੇ ਆਪਾਂ ਗੱਲ ਕਰੀਏ ਆਰਟੀਕਲ ਨੰਬਰ 1516 ਦੀ, ਆਰਟੀਕਲ ਨੰਬਰ 15 ਦੀ ਇਕਨੋਮਿਕ ਰਾਈਟ ਕਿੱਥੋਂ ਹੋ ਜਾਏਗਾ ਸ਼ਾਇਨ ਬੇਟਾ? ਇਕਨੋਮਿਕ ਰਾਈਟ ਕਿੱਥੋਂ ਹੋ ਗਏ ਇੱਥੇ? ਇਹਦੇ ਮਤਲਬ ਇਕਨੋਮਿਕ ਰਾਈਟ ਦਾ ਮਤਲਬ ਇਹ ਹੋ ਗਿਆ ਜੇ ਤੁਹਾਡੇ ਕੋਲ ਪੈਸੇ ਦੇ ਅਕੋਰਡਿੰਗ ਤੁਹਾਨੂੰ ਪਬਲਿਕ ਦੀ ਸੀਟ ਜਿਹੜੀ ਹੈ ਆਫਰ ਕੀਤੀ ਜਾ ਸਕਦੀ ਹੈ, ਉਹ ਤਾਂ ਕਦੇ ਵੀ ਹੋਣ ਗਿਆ। ਕਦੇ ਦੇਖਿਆ ਤੁਸੀਂ ਕਿ ਹਾਂ ਜੇ ਤੁਹਾਡੇ ਕੋਲ ਪੈਸਾ ਵੱਧ ਹੈ ਤਾਂ ਤੁਸੀਂ ਇਲੈਕਸ਼ਨ ਲੜ ਸਕਦੇ ਹੋ ਜਾਂ ਪੈਸਾ ਬਹੁਤ ਜ਼ਿਆਦਾ ਤਾਂ ਤੁਸੀਂ ਨਹੀਂ ਲੜ ਸਕਦੇ ਹੋ? ਐਵੇਂ ਤਾਂ ਨਹੀਂ ਹੈ ਨਾ, ਨਹੀਂ ਹੋਏਗਾ ਇੱਦਾਂ। ਰਮਨਦੀਪ ਸਿੰਘ ਮੇਰਾ ਭਰਾ 32 226 ਦੋਨੋਂ ਰਿਟ ਕੌਣ ਜਾਰੀ ਕਰ ਸਕਦਾ ਜੀ? ਬਈ ਭਰਾ ਮੇਰਾ 32 ਦੇ ਤਹਿਤ ਸੁਪਰੀਮ ਕੋਰਟ ਕੱਲਾ ਫੰਡਾਮੈਂਟਲ ਰਾਈਟ ਦੇ ਇਨਫੋਰਸਮੈਂਟ ਦੀ ਗੱਲ ਕਰਦਾ ਹੈ। ਠੀਕ ਹੈ ਜੀ ਸਿਰਫ ਉਸ ਦੀ ਗੱਲ ਕਰਦਾ ਹੈ, ਜਦ ਕਿ ਆਪਾਂ ਗੱਲ ਕਰੀਏ 226 ਦੇ ਤਹਿਤ ਹਾਈ ਕੋਰਟ ਇਹ ਚੀਜ਼ ਜਾਰੀ ਕਰਦਾ ਹੈ ਜੀ। ਆਹ ਗੱਲ ਯਾਦ ਰੱਖਿਓ ਜੀ। ਠੀਕ ਹੈ ਜੀ ਆਹ ਗੱਲ ਯਾਦ ਰੱਖਿਓ। ਕਲੀਅਰ? ਚਲੋ ਅਗਲਾ ਕੁਐਸਚਨ ਦੇਖੋ। ਅਗਲਾ ਕੁਐਸਚਨ ਕੀ ਕਹਿੰਦਾ ਹੈ ਦੇਖੋ ਜੀ ਇੱਕ ਵਾਰੀ।
Who can impose reasonable restriction over fundamental rights? Reasonable restrictions over the fundamental right. Fundamental right ਤੇ ਆ ਕੌਣ ਕਰ ਸਕਦਾ ਜੀ? ਆ ਦੱਸ ਦਿਓ ਜੀ ਇੱਕ ਵਾਰੀ। चलो भी जवाब को दो आंसर ही था। चलो जी बी आंसर आ गया साडे कोल। सिविल राइट तो बच्चे ता बनना ना, सिविल राइट के बाद ता बन सकता ना कि जे अपने उत्ते मोहर लगी हुई कि मैं ही सरपंच बन सकदा, मैं ही कला सरपंच बनागा, कोर्ट कचहरी वाला काम। वो किसी मलकीयत नहीं हैगी, प्रॉपर्टी नहीं हैगी किसी दी, ठीक है, कुर्सी, ठीक है, इस करके रिधिमा शर्मा बच्चा, ठीक है जी, बहुत बढ़िया, सारे को पता ही है जी गल इसके बारे। ये पार्लीमेंट लगा सकता है रोक, पर जे आप कंडीशन गल करिए, जे रोक लगा सकता है फिर एक कर क्यों नहीं सकता है। हुण इस दे विच आपां एक तर्क देने तुहानूं, फंडामेंटल राइट तुहानूं तां दित्ते जांदे ने ताकि जिहड़ी सरकारां ने वो कोई भी मनमानी तरीके नाल कोई भी आर्बिटरी एक्शन ना ले सकण, कोई भी आर्बिटरी कोई एक्शन ना ले सकण। इस करके तुहानूं फंडामेंटल राइट दित्ते जांदे है जो साडे संविधान दे भाग 3 दे विच मौजूद है, जिस नूं आपां मैगना कार्टा ऑफ इंडियन कॉन्स्टिट्यूशन भी कहने हैं। की कहने हैं जी? मैगना कार्टा ऑफ द इंडियन कॉन्स्टिट्यूशन भी आपां कहने हैं 12 तो 35 दे विच। हाँ, पब्लिक ऑफिस मतलब गवर्नमेंट पोस्ट, ये वो गवर्नमेंट पोस्ट नहीं हैगी जिहड़ी आपां गल कर रहे हैं। जे उहदी गल करिए तां फंडामेंटल राइट बन जाता जी, ठीक है। फंडामेंटल राइट की कहता है कि जिन्ने भी कदे पब्लिक ऑफिस की वैकेंसी निकलेगी, पब्लिक वैकेंसी निकलेगी तो उस केस दे विच सारिआं नूं समान दर्जा दिता जाएगा जी। मैं कल तक कहा भी सीगा, कल तक कहा भी सी कि हाँ 117 बंदे आपां नूं चाहीदे है, ठीक है, 117 नहीं 116 चाहिए, 117 में तो मैं ही होऊंगा खुद, ठीक है जी। चलो जी, इस तो बाद जो आप गल करिए की पूछ रहा जी, ड्यूरिंग एमरजेंसी की गल करिए, आर्टिकल 19 एमरजेंसी भी कड़ी नैशनल एमरजेंसी, वो भी 352 वाली 52 वाली, इहदे तहत आर्टिकल 19 सब तो पहला सस्पेंड होएगा जी, ठीक है जी। ते 20 ते 21 करे जिंदगी च भी सस्पेंड नहीं हो सकता है। चलो, गुड आफ्टरनून जसप्रीत बच्चे। चलो जी अगला क्वेश्चन देखो जी, रमने हुण तां देखना पऊगा किन्ने क्वेश्चन रहिंदे ने। द कॉन्सैप्ट ऑफ डीपीएसपी ऑफ इन इंडियन कॉन्स्टिट्यूशन इज अडॉप्टेड फ्रॉम, आ बड़ा सौखा जिहा क्वेश्चन है, दस दो एक बार आंसर की होगा। आर्टिकल 12 तो 15, 35 नलैक, चलो समझ आ गया जी, 35 लिखना चाहते सी, 5 तो फड़ लेने आपां। आयरलैंड, स्पेन, यूके, यूएस, यूएसएसआर, चाइना, जापान, कोरिया, दसो कित्थों जी? समझा देंगे भरा। काउंसिल का ही छोटा रूप कैबिनेट हुंदा है जी, काउंसिल का ही छोटा रूप कैबिनेट हुंदा है। एक काउंसिल जिहड़ी हुंदी है, जे काउंसिल ऑफ मिनिस्टर की गल करिए, उहदे विच जिहड़े इंपॉर्टेंट पोर्टफोलियो हुंदे ने, इंपॉर्टेंट पोर्टफोलियो जिहड़े हुंदे ने, उन्हां दे ग्रुप ऑफ मिनिस्टर्स नूं आपां कैबिनेट कह दिंदे आ, ठीक है जी, उन्होंने आपां कैबिनेट मिनिस्टर्स कह दिंदे आ, ठीक है जी। चलो जी, चलो जी, ये आंसर देता जी, बहुत वधिया जी, सारिआं नूं बहुत बहुत मुबारक जी। डीपीएसपी, डीपीएसपी की गल करिए, नॉन जस्टिशिएबल, बट फंडामेंटल इन गवर्नेंस, मतलब न्याय संगत नहीं है, कोई कोर्ट कचहरी च केस नहीं हो सकता, बट फंडामेंटल है इन टर्म्स ऑफ वो की हुंदा जी, इन द गवर्नेंस, वो गल सरकार चलाने वास्ते जरूरी है जी। चलो जी, चलो दीप मेरा भरा, माड़ा जिहा अंग्रेजी नूं भी हत्थ पा लो यार, हैं पौना पंजाब दा आइज करी फिरदा है ना। आप ये नहीं कहते कि पंजाबी आप कर नहीं सकते, कर सकते हाँ, पर भरावा मात्रावां दा चक्कर बहुत पै जांदा जी, टाइपिंग मैनूं आउंदी नहीं हैगी, तां करके औखा लगदा मैनूं थोड़ा जिहा। दिस इज़ द ओनली थिंग। आई वोंट बी हेल्प यू आउट ब्रो, मिस्टर बेअन सिंह कहल, आई वोंट यू हेल्प यू आउट, राइट। मैं उस केस में थोड़ी हेल्प कोई नहीं कर पाऊंगा।
राज्य नीति निर्देशक सिद्धांत होंगे है जी, राज्य नीति निर्देशक सिद्धांत होंगे है। अगला देखो की कहता है, अज कुछ 3D इफेक्ट पाता अड जिहा। इंडियन पार्लीमेंट दे विच की चीज़ होंदी है जी, संसद दे विच की चीज़ होंदी है? यस, सुजिंदरजीत भरा कोई चक्कर नहीं, बोल के तो बच्चे समझाने जी चीज़ नहीं पता लगती। मैं तो कल्ले कल्ले बच्चे के कमेंट के उत्ते निगाह रखी होंगी है, ठीक है। जोड़ा डाउट आता है जो ऊपर भी चल जाए आप दसी दा भरा, आप दसी दा मेरा भरा दीप, यहो जी गल ना कहे कि हाँ पंजाबी च समझाना। चलो जी, हुण की कहता कि भारत की संसद दे विच किहड़ा-किहड़ा बंदा शामिल हुंदा जी। हुण यह तो बड़ा सौखी जी गल है जी, समझाने वाला तो कुछ है ही नहीं। जे आप गल करिए जी ये आ चीज़ होंगी है, आ गल याद रखियो। एक जिहड़ा परिवार होंदा उहदे विच चाचा ताए दे नाल दादा भी होना चाहिए, तां ही पूरा परिवार होंदा है। क्योंकि इस दे बंदे दे एक यही बंदे दे सैन तो बिना लोक सभा ते राज सभा कख नहीं कर सकते। जिन्हें मर्जी बिल लेके आई जान, जब तक ये बंदा सैन नहीं करूगा ना वो एक्ट नहीं बन सकता, ठीक है, वो एक्ट नहीं बन सकता जी, ठीक है जी। 79, 80, 81 आर्टिकल्स है जी संसद राज सभा ते लोक सभा दे, बहुत बढ़िया। चलो जी अगला क्वेश्चन, राज सभा जिहड़ी है वो किस विषय विच सब तो ज़्यादा पावर होंदी है इन कंपैरिजन ऑफ सॉरी राज सभा इंजॉयज मोर पावर दैन लोक सभा। हाँ ठीक है, करेक्ट, सही पढ़ रहा सीगा। राज सभा नूं किस विषय के तहत ज़्यादा पावर मिलती है लोक सभा की तुलना दे विच? मनी बिल के केस विच, नॉन अवेलेबल सेटिंग अप न्यू ऑल इंडिया सर्विसेज, या फिर अमेंडमेंट ऑफ द कॉन्स्टिट्यूशन? दसो जी आंसर की सीगा। बहुत बढ़िया बच्चे, जस प्रेजेंट फर्स्ट सीजन ऑफ इंडिया। सर आर हैंड्स टाइट इन अंग्रेजी, एनी पूरी सोहनी अंग्रेजी लिखती, होर की चाहिदा? खटड़ा साहब ठीक है, क्वेश्चन ध्यान नाल पढ़ो, क्वेश्चन ध्यान नाल पढ़ो। किरण स्वैग बच्चे एन स्टेट तो पढ़ते आ रहे हो, आ थोड़ी बनूंगा जी। भाई पढ़ा बिल्कुल, बहुत वधिया, मुबारक सारे नूं। बिल्कुल जी, ये गल याद रखिए, सिर्फ कुछ चुनिंदा केस दे विच ही राज सभा पावरफुल होंदी है, बाकी सारे केस विच आ होंदी है जी। लोक सभा पावरफुल होंदी है इन केस ऑफ मनी बिल, राज सभा पावरफुल होंदी है इन केस ऑफ सेटिंग अप ऑल इंडिया सर्विसेज। आर्टिकल 312 ते 15 की गल कर रहे हैं जी, ठीक है जी। चलो जी, हुण कनेडा जाना हैप्पी होना नहीं है? बच्चा की कहता कि कमर्स का कोई डाउट है, कहना कमर्स का बच्चे, कमर्स वाला का काम बच्चे मेरा अच्छा कुछ होर लिखा जी। बच्चे मनदीप कौर पढ़ो, जिथे ही पढ़ते हो ना दब के पढ़ो, गड्ड गड्ड के, ठीक है। राज सभा दे विच बिल्कुल ठीक है जी। जे आप गल याद रखिए आर्टिकल, जे आप गल करिए 300, हाँ वो 110 देख लो अपना। भारत सरकार दे कोल हाल दी घड़ी 3 सिविल सर्विसेज हैगियां ने अपने कोल, दैट इज IAS, IPS ते IFS। ये सब तो नवी है जी, 1969 दे विच बन के रेडी हो गई सी। ये फॉरेन सर्विसेज नहीं, फॉरेस्ट सर्विसेज ने, आ गल याद रखियो। IAS IPS एडमिनिस्ट्रेटिव सब तो वड्डा पद्धर जिहड़ा हुंदा है वो IAS दा हुंदा जी, फिर IPS, फिर उहदे अंदर थल्ले बाला कुछ हुंदा है जी, IRS हो गया, IES हो गया, बाला कुछ हुंदा है जी उहदे तहत। चलो जी, चलो जी अगला गल देखो जी। सेटिंग अप नमी जब गल करिए ऑल इंडिया सर्विसेज बनाई जाती है, ठीक है, UPSC वगैरह जी होंगी है जी। कोई गल नहीं किरण बच्चे, आही तो गलती, आही गलती तो करनी नहीं हैगी आपने। वो कह तो रही है, कहती मैं IELTS करनी है हुण। चलो जी ठीक है। रमनदीप सिंह भरा तू भी कर ला, मैं कड़ा मना करदा यार भरा, आप तो तेन मेरी मना करते। चलो देखो जी, द अथॉरिटी प्रोरोगेट द 2 हाउसेस ऑफ द पार्लियामेंट रेस्ट विद। जब आप गल करिए संसद के दोनों सदन की कार्रवाई स्टार्ट करने का अधिकार किहदे कोल हुंदा है जी? आंसर दो हुण, बहुत सौखा जिहा क्वेश्चन है भाई। 100 लाइव है ना, ते 60 लाइक, आ तां सजना कोई गल नहीं बनी हैगी है ना।
सारे एक भी सैशन हो शेयर तो लाइक करो एक बार सज्जनों। धक्का कोई नहीं जी। हाँ जी 312 यूपीएससी नाल ही है जी। देख बच्चे एक आंदा चेयरमैन दे नाल आंदा जी, एक चेयरमैन दे नाल आंदा, एक यूपीएससी दे नाल आंदा। जे चेयरमैन की गल करिए तो 315 नहीं तो यूपीएससी 312। ठीक है जी। नहीं नहीं की कहंदा जी सज्जना कोई गल तो नहीं बनी ना। चलो आ की कहंदा जी नहीं जी आपदा माटर माटर ही करते हैं कर मेरा भरा कोई चक्कर नहीं है। लव यू लॉट ब्रो। ठीक है जी। प्रेजिडेंट सतिंदरजीत जी कहते हैं कहते प्रेजिडेंट होंदा एक चीज़ याद रखनी हमेशा लॉजिकली याद रखनी है। केंद्र दे विच सब तो बड़ा कौन है जी? प्रेजिडेंट होगा जी। केंद्र दे विच सब तो बड़ा कौन होंदा जी? प्रेजिडेंट होंदा है। तो याद रखना यही बंदा की करेगा? प्रेजिडेंट प्रोरोगे करना होंदा जी। दा मतलब की होंदा? प्रोरोगे होंदा जी। आ चीज़ याद रखना जी। प्रोरोगे या फिर इनो होर भी ये बेसिकली प्रॉपर टेक्निकल टर्म है। एक प्रॉपर टेक्निकल टर्म है टू कॉल संसद नूं, संसद के सत्र नूं बुलाने वास्ते प्रॉपर टर्म है दी। ठीक है जी। लेकिन कहंदा कौन है जी? उस वास्ते कहंदा कौन है? पीएम कहंदा जी कि सैशन बुला लो। एक साल दे विच 3 सैशन हो सकते हैं भरा। BMW बजट मॉनसून एंड विंटर, विंटर आने वाला है जी। ते आप गल करिए अगली चीज़ की सैशन की अगवाई कौन करता है? जे लोक सभा होवे तां स्पीकर, जे राज सभा होवे तां चेयरमैन करता है। हुण यही बंदे ही इस बंदे नूं की करते हैं अगे अगवाई करने तो बाद काम खत्म होने तो बाद एडजर्नमेंट कहते हैं। कहते कि कर दो? एडजर्न कर दो। एडजर्नमेंट साइन डाई कर दो। डाई मर गया जी। जे कला एडजर्नमेंट होवे तो इसदा मतलब होंदा डेफिनेट पीरियड वास्ते, मतलब एक तयशुदा टाइम वास्ते संसद की कार्रवाई रोक दी जाती है। जे साइन डाई हो जाए मतलब इनडेफिनेट पीरियड ਲਈ खत्म की जाती है उसकी कार्रवाई। ये कदों किया जाता है? जदों पूरा कामकार खत्म हो जाता है। इस तो बाद जे आप गल करिए प्रोरोगे किया जाता है किहदे द्वारा? राष्ट्रपति के द्वारा किया जाता है। सेम गोज विद द चेयरमैन एज वेल। आ चीज़ याद रखियो जी। एक कली चीज़ तुसीं याद रख लेनी है। ठीक है जी। आ गल क्लीयर होगी? एक कली चीज़ याद रखनी है सजना। जे ना याद रखी ना फिर काम औखा जी। ठीक है। फिर 20-25 लाख रुपये तैयार रखो कनेडा जाने वास्ते। अगला क्वेश्चन, स्पीकर ऑफ द लोक सभा इज इलैक्टेड बाय, जो लोक सभा का स्पीकर होंदा उन्होंने उसकी नियुक्ति कौन करता है जी? हाँ जी हाँ जी गणेश, पीएम की सलाह लैके करता, लेकिन फाइनल डिसीजन उसका होंदा है। फाइनल डिसीजन उस बंदे का ही होंदा है, दैट इज प्रेजिडेंट। चलो माड़ा छेती हाथ चलाइए, 2 बजने वाले है, फिर दूजी सर की क्लास भी होंगी इत्थे एक। ठीक है जी। ये बंदे का जिहड़ा चोण हुंदा है उस सदन के बंदियां द्वारा किया जाता है। आ गल याद रखना तुसीं। ठीक है जी। लेकिन राज सभा के केस विच, आरएस के केस विच इलैक्टेड बाय आ हुंदा जी। आ यार क्यों? क्योंकि चेयरमैन ही क्या होंदा है? बेसिकली एक्स ऑफिशियो चेयरमैन जिहड़ा होंदा है ये वीपी होंदा है, ते उन्होंने बोथ मैंबर दे की करते हैं? इलैक्ट करते हैं। गल याद रखियो। अगला क्वेश्चन, अगला क्वेश्चन खत्म ही हो गया होना है ना। चलो वधिया करता अपने भी है ना। चलो जी, जब आप गल देखिए अज का सैशन आप इत्थे निबेड़ देने भरा। ठीक है जी। किसी भी बच्चे का कोई डाउट वगैरह होंदा है वो तुसीं इन्नी खेचल करते नहीं हो कि कमेंट सैक्शन पूछ लो या इत्थे पूछ लो। क्वेश्चन डाउट पूछना तो बच्चे फोटो खिंच के। ठीक है। चलो जी ठीक है जी। तो इत्थे तुसीं अपने डाउट पूछने जी डिस्कशन ग्रुप दे विच। ठीक है। ज्वाइन करने तो बाद डिस्कशन ग्रुप ज्वाइन होंदा जी, उन्हें पक्का करे करो। ठीक है। काफ़ी ज़्यादा जो डाउट वगैरह होंगे उत्थे पूछे जाते हैं बच्चों द्वारा, तो भी थोड़े क्लीयर हो जाएंगे जी। ठीक है जी। हुण दो जी सानू इजाजत। आ रहा मेरे भरावां वास्ते कि सैशन किहड़े-किहड़े ने। एक वाला हो गया, 3 वाला लवांगे, फिर 8 वजे लवांगे। ठीक है जी। इस तो बाद अगली गल की है जी कि जे किसी भरा ने जे अज दे दिन लई जे ऑफर हैगा वो ये है 22,213 कोड लगा करके ये वाला बैच 1400 रुपये का हो जाता है। आ गल याद रखना। ऐप के थ्रू ले लो ज़रा फायदा है। ठीक है। पर जे महापैक ले लो जिन्होंने आप कहने हो ज़रा सैट कम है, 4-5 बंदे मिल के ले लो अज
4-5 बंदे मिल के ले लो 2000 रुपये का पैना जे 1 साल वास्ते। जे आप गल करिए जिन्ने भी कोर्स होणगे, जिन्ने भी सैशन बनगे, वो सारा कुछ इत्थे हो जाएगा जी। ऐ ही आप फिर निशा बच्चे करा देंगे जी आप। अच्छा, संचित निधि नूं अंग्रेजी दस दो की हुंदा जी। संचित निधि नूं अंग्रेजी दस दो एक बारी, ठीक है जी। 2 फंड होंगे ना अपने कोल, 2 फंड होंगे है, और विचों किहड़ी संचित निधि हुंदी आ दस दो एक बारी यार। मैं ही हाँ, मैं ना मैं चन्नी वर्गा ना मैं किसी होर वर्गा, मेरा भरा सॉरी है ना, आप ही हाँ, ठीक है जी। वॉन्ट यू हेल्प यू आउट इन दिस ब्रो मिस्टर जॉब्स अड्डा IQ, ठीक है। मैं की हेल्प कर सकता भरा तुहाडी, दस दो एक बारी, है ना, ठीक है। चलो होर कोई सेवा पानी साडे लायक होए तो दस देना, डाउट पूछ लो यार, वो दस्या भी होया सर ने कि किस तरीके करना है। चैनल शेयर कंसोलीडेट फंड, अच्छा कंसोलीडेट मेरा भरा ही था। देखो एक कंटिजेंसी फंड हुंदा जी, एक कंसोलीडेट फंड हुंदा है। कंसोलीडेट फंड वो हुंदा है जिथों सरकार दे पक्के खर्चे जांदे ने, जिद्दां तनख्वाह जिहड़े पक्के खर्चे हुंदे हैं, उहदी गल आपां कर रहे हैं, ठीक है जी। आर्टिकल 266 267 PAC वास्ते, पब्लिक अकाउंट वास्ते हुंदा जी वो, ठीक है। कंटिजेंसी फंड, एमरजेंसी फंड, ये एग्जाम्पल लेके किस दिन अगली क्लास में समझा देंगे आप, अगली क्लास में एग्जाम्पल लेके समझा देंगे आप, ठीक है जी। सबसक्राइब कर लियो सारे, ठीक है। हुण अपना बच्चे हरप्रीत एवें दा रहिंदा जी, मनदीप कौर अपना एटीट्यूड एवें दा ही है जी। मेरा भरा मैं इत्थे तेनों इन्ना पढ़ा देना, मैं तैनूं इत्थे इन्ना पढ़ा देना कि MCQ दे राहीं तेरी पॉलिटी बहुत वधिया हो जाएगी। होर दसो जी, ठीक है जी, मैं इन्ना दस देना। पर जे तुहानूं लगदा है कि नहीं काम नहीं बन पा रहा, ਤਾਂ ਤੁਸੀਂ ਉਹ ਜਿਹੜਾ ਹੈਗਾ ਉੱਥੇ ਸਬਸਕ੍ਰਿਪਸ਼ਨ ਜਿਹੜਾ ਹੈਗਾ ਉਹਦਾ ਉਹ ਲੈ ਸਕਦੇ ਹੋ। ਬਸ ਆਪਾਂ ਇਹਨੇ ਕਰਿਆ ਧੱਕਾ ਥੋੜੀ ਕਿਸ ਨਾਲ। ਅੱਜ ਤਾਂ 2000 ਰੁਪਏ 'ਚ 4-5 ਬੰਦੇ ਮਿਲ ਕੇ ਲੈ ਲਓ, ਗੱਲ ਖਤਮ, ਠੀਕ ਹੈ ਜੀ। ਨਾ ਮੈਂ ਚੰਨੀ ਨਹੀਂ ਹੈਗਾ, ਜੇ ਮੈਂ ਚੰਨੀ ਬਣ ਗਿਆ ਨਾ ਇੱਕ ਦਿਨ ਵਾਸਤੇ ਮੈਨੂੰ ਬਣਾ ਦਿਓ ਕੋਈ ਇੱਕ ਦਿਨ ਵਾਸਤੇ ਚੰਨੀ ਸਾਹਿਬ, ਠੀਕ ਹੈ। ਗਗਨਦੀਪ ਮਾਨ ਮੈਂ ਲਿਖਾਊਂਗਾ ਬੇਸਿਕਲੀ ਤਾਂ, ਠੀਕ ਹੈ। ਤਾਂ ਮੈਂ ਫਿਰ ਬਹੁਤ ਉੱਪਰ ਥੱਲੇ ਕਰਨਾ ਜੀ। ਨਹੀਂ ਹੁਣ ਬੱਚੇ ਕਾਉਂਸਲ ਆਫ ਮਿਨਿਸਟਰ ਦੀ ਸਲਾਹ ਲੈਣੀ ਪੈਂਦੀ ਹੈ ਜੀ। आए मेरा भरा सतिंदर, मेरा भरा हुण की करिए, हुण तैनूं लगदियां ने दृष्टिकोण का फर्क पैंदा जी। आप तो नीवियां पा के रहीदा, ठीक है। वैसे किसी बोलन नहीं देता आपां ने, ये भी गल दस देना मैं, ठीक है। चलो जी दो जी इजाजत जी, हुण सानूं लव यू ऑल, ठीक है जी। बाबा थोड़े चढ़दी कला बख्शे जी, एक बार फिर तुहानूं ते तुहाडे परिवार नूं बाबे नानक दियां जन्म दिन दियां बहुत बहुत मुबारक जी। ये जिहड़ा पंथ उन्होंने सजाया सीगा अज बाला उपर किरदार इहदा, ते किरदार नूं कदे भी डुब्बण ना दिओ, ठीक है। कदे भी सिक्खी ते दाग ना लगण दिओ। नशा पत्तियां तो दूर रहना जी हमेशा, चोरी ठगी तो दूर रहना हमेशा, ठीक है। जेकर सच्चे दिलों सारे कारज करोगे तो रब हमेशा आप अगे होगे थोड़ी बाह फड़ूगा, आ गल याद रखना हमेशा, ठीक है। बड़ी एग्जाम्पल्स देखने मिलदियां ने, ते कोशिश करना हमेशा बाबा जी के दिखाए हुए रास्ते उत्ते चलना हमेशा। सत श्री अकाल, जय हिंद।